Hello everyone, welcome to the channel PB26 IELTS. Today's our topic is about writing task 2 module ਜਿਹਦੇ ਵਿੱਚ ਆਪਾਂ ਲਿਆ ਹੈ opinion based essay agree or disagree। ਤੇ ਇਹਦੇ ਵਿੱਚ ਆਪਾਂ ਕੀ ਕਰਨਾ ਹੁੰਦਾ ਹੈ, ਇੱਕ ਪੁਆਇੰਟ ਨੂੰ ਲੈ ਕੇ ਜਾਂ ਅਗਰੀ ਲੈ ਲੈਣਾ ਕੁਐਸਚਨ ਬੈਕਗਰਾਊਂਡ ਸਟੇਟਮੈਂਟ ਨੂੰ ਪੜ੍ਹ ਕੇ। ਜੇ ਤਾਂ ਤੁਸੀਂ ਪੁਆਇੰਟ ਤੋਂ ਅਗਰੀ ਹੋ ਤੁਸੀਂ ਅਗਰੀ ਦੇ ਫੇਵਰ ਵੱਲ ਚੱਲ ਜਾਓ। ਜੇ ਤੁਹਾਡਾ ਫੇਵਰ ਡਿਸਐਗਰੀ ਵੱਲ ਡਿਸਐਗਰੀ ਦੇ ਪੁਆਇੰਟਸ ਜ਼ਿਆਦਾ ਨੇ ਤੁਸੀਂ ਡਿਸਐਗਰੀ ਕਰ ਸਕਦੇ ਹੋ। ਅੱਜ ਦੇ ਇਸ ਟੌਪਿਕ ਦੇ ਵਿੱਚ ਆਪਾਂ ਕਵਰ ਕਰਾਂਗੇ ਕਿ ਪਲੈਨਿੰਗ ਕਿਵੇਂ ਕਰਨੀ ਹੈ ਰਾਈਟਿੰਗ ਟਾਸਕ 2 ਦੀ, ਅਤੇ ਇੱਕ ਵਧੀਆ ਪਲੈਨਿੰਗ ਕਰਕੇ ਕੋਹਰੈਂਸ ਐਂਡ ਕੋਹੀਜ਼ਨ ਬਣਾ ਕੇ ਆਪਾਂ ਇੱਕ ਐਸੇ ਨੂੰ ਕਿਵੇਂ ਰਾਈਟ ਕਰ ਸਕਦੇ ਹਾਂ। ਠੀਕ ਹੈ, ਕਈ ਮੈਂ ਦੇਖਿਆ ਕਈਆਂ ਕੋਲ ਪੁਆਇੰਟਸ ਬਹੁਤ ਹੁੰਦੇ ਨੇ, ਕੁਐਸਚਨ ਪੜ੍ਹ ਲੈਂਦੇ ਨੇ, ਉਹਨਾਂ ਕੋਲ ਪੁਆਇੰਟਸ ਹੁੰਦੇ ਨੇ ਵੀ ਹਾਂ ਇਹ ਚੀਜ਼ ਦੇ ਵਿੱਚ ਆਪਾਂ ਇਹ ਪੁਆਇੰਟਸ ਲਿਖ ਸਕਦੇ ਹਾਂ, ਪਰ ਉਹ ਪੁਆਇੰਟਸ ਤਾਂ ਦੇ ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜੀ ਆਪਾਂ ਸਪੋਰਟਿੰਗ ਡਿਟੇਲਸ ਦੇਣੀ ਆ ਉਸ ਰੀਜ਼ਨ ਦੀ। ਫਸਟ ਆਫ ਆਲ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਵੀ ਸਪੋਰਟਿੰਗ ਡਿਟੇਲਸ ਦੇ ਵਿੱਚ ਲਿਖੀ ਦਾ ਕੀ ਹੁੰਦਾ। ਕੁਐਸਚਨ ਕੁਛ ਹੋਰ ਪੁੱਛਿਆ ਹੁੰਦਾ, ਆਨਸਰ ਕੁਛ ਹੋਰ ਹੀ ਦੇ ਜਾਂਦੇ ਨੇ, ਅਤੇ ਬਾਅਦ ਚੋਂ ਫਿਰ ਬੈਂਡ ਵੀ 5 5.5 ਰਹਿ ਜਾਂਦੇ ਨੇ, ਉਸ ਤੋਂ ਜ਼ਿਆਦਾ ਆਉਂਦੇ ਵੀ ਨਹੀਂ। ਅਤੇ ਅੱਜ ਆਪਣਾ ਮੇਨ ਫੋਕਸ ਹੈਗਾ ਕੋਹਰੈਂਸ ਐਂਡ ਕੋਹੀਜ਼ਨ, ਬ੍ਰੇਨਸਟੋਰਮਿੰਗ, ਪਲੈਨਿੰਗ, ਅਤੇ ਮੇਨ ਆਪਾਂ ਗੱਲ ਕਰਾਂਗੇ ਆਪਾਂ ਸਪੋਰਟਿੰਗ ਡਿਟੇਲ ਕਿਵੇਂ ਦੇਣੀ ਹੈ ਕਿਸੇ ਰੀਜ਼ਨ ਦੀ। ਸਭ ਤੋਂ ਪਹਿਲਾਂ ਆਪਾਂ ਬੈਕਗਰਾਊਂਡ ਸਟੇਟਮੈਂਟ ਨੂੰ ਰੀਡ ਕਰਾਂਗੇ। Some people think that parents should limit the time of their children spent watching TV and playing computer games। ਇੱਥੇ ਤੱਕ ਇਹ ਆਪਣਾ ਪਹਿਲਾ ਕੁਐਸਚਨ ਹੋ ਗਿਆ। ਇੱਥੇ ਤੱਕ ਕਿ ਕੁਛ ਲੋਕ ਕਹਿੰਦੇ ਨੇ ਕਿ ਪੇਰੈਂਟਸ ਨੂੰ ਆਪਣੇ ਬੱਚਿਆਂ ਦੀ ਜਿਹੜੀ ਉਹ ਹੈ ਨਾ ਟਾਈਮਿੰਗ ਹੈ, ਜਿਹੜਾ ਟਾਈਮ ਸਪੈਂਡ ਕਰਦੇ ਨੇ ਉਹ TV ਦੇਖਣ ਦੇ ਵਿੱਚ ਜਾਂ ਕੰਪਿਊਟਰ ਗੇਮਸ ਖੇਡਣ ਦੇ ਵਿੱਚ, ਉਹ ਟਾਈਮ ਨੂੰ ਲਿਮਿਟ ਕਰ ਦੇਣਾ ਚਾਹੀਦਾ, ਲਿਮਿਟਡ ਟਾਈਮ ਹੀ ਦੇਣਾ ਚਾਹੀਦਾ ਬੱਚਿਆਂ ਨੂੰ ਇਹ ਐਕਟੀਵਿਟੀਜ਼ ਕਰਨ ਦੇ ਲਈ। And encourage them to read books instead. Instead of these, parents should encourage their children to read books। ਸੈਕਿੰਡ ਕੁਐਸਚਨ ਦੇ ਵਿੱਚ ਰੀਡਿੰਗ ਬੁੱਕਸ ਦੇ ਬਾਰੇ ਆਪਾਂ ਗੱਲ ਕਰਨੀ ਹੈ। ਡੂ ਯੂ ਅਗਰੀ ਔਰ ਡਿਸਅਗਰੀ? ਤੁਸੀਂ ਅਗਰੀ ਕਰਦੇ ਹੋ ਕਿ ਡਿਸਅਗਰੀ ਕਰਦੇ ਹੋ, ਇਹ ਤੁਹਾਡੇ 'ਤੇ ਡਿਪੈਂਡ ਕਰਦਾ ਹੈ। ਜੇ ਤੁਹਾਡੇ ਕੋਲ ਡਿਸਅਗਰੀ ਦੇ ਪੁਆਇੰਟਸ ਜ਼ਿਆਦਾ ਨੇ ਤੁਸੀਂ ਡਿਸਅਗਰੀ ਕਰ ਸਕਦੇ ਹੋ, ਅਗਰੀ ਦੇ ਪੁਆਇੰਟ ਜ਼ਿਆਦਾ ਨੇ ਤੁਸੀਂ ਅਗਰੀ ਕਰ ਸਕਦੇ ਹੋ। ਮੇਰੇ ਕੋਲ ਅਗਰੀ ਦੇ ਪੁਆਇੰਟ ਜ਼ਿਆਦਾ ਨੇ, ਇਸ ਲਈ ਮੈਂ ਅਗਰੀ ਕਰੂੰਗਾ ਕਿ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਆਪਣੇ ਚਿਲਡਰਨ ਦਾ ਜਿਹੜਾ ਟਾਈਮ ਹੈ ਉਹ ਲਿਮਿਟ ਕਰ ਦੇਣਾ ਚਾਹੀਦਾ ਹੈ ਕਿ ਉਹ ਘੱਟ TV ਦੇਖਣ, ਕੰਪਿਊਟਰ ਗੇਮਸ ਖੇਡਣ। ਇਸ ਤੋਂ ਇਲਾਵਾ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ ਹੈ ਬੱਚਿਆਂ ਨੂੰ ਕਿ ਉਹ ਬੁੱਕਸ ਰੀਡ ਕਰਨ। ਆਈ ਐਗਰੀ ਵਿਦ ਦਿਸ ਸਟੇਟਮੈਂਟ। ਮੈਂ ਮੰਨਦਾ ਕਿ ਆਹ ਸਟੇਟਮੈਂਟ ਜਿਹੜੀ ਉਹ ਸਹੀ ਹੈ। ਫਸਟ ਆਫ ਆਲ ਆਪਾਂ ਕੋਲ ਕੁਐਸਚਨ ਹੈਗਾ ਦੋ BPs ਲਿਖਣੇ ਹੈ, BP1 ਐਂਡ BP2। BP1 ਦੇ ਵਿੱਚ ਕੁਐਸਚਨ ਆਪਣਾ ਹੈਗਾ ਹੈ, ਜੇ ਤਾਂ ਤੁਸੀਂ ਅਗਰੀ ਕਰਦੇ ਹੋ ਤਾਂ ਕੁਐਸਚਨ ਕਹਿੰਦਾ ਹੈ ਕਿ ਕਾਹਤੇ ਵਾਈ ਟਾਈਮ ਲਿਮਿਟ ਕਰਨਾ ਚਾਹੀਦਾ, ਕਿਉਂ ਟਾਈਮ ਲਿਮਿਟ ਕਰਨਾ ਚਾਹੀਦਾ TV ਦਾ ਅਤੇ ਗੇਮਸ ਦਾ। ਅਤੇ ਸੈਕਿੰਡ ਕੁਐਸਚਨ ਹੈਗਾ ਇਨਕਰੇਜ ਦੈਮ ਟੂ ਰੀਡ ਬੁੱਕਸ। ਵਾਈ ਰੀਡ ਬੁੱਕਸ, ਕਿਉਂ ਬੁੱਕਸ ਪੜ੍ਹਨੀਆਂ ਚਾਹੀਦੀਆਂ ਨੇ ਚਿਲਡਰਨ ਨੂੰ, ਇਹ ਆਪਾਂ ਹੁਣ ਦੱਸਣਾ ਜੇ ਤੁਸੀਂ ਅਗਰੀ ਕਰਦੇ ਹੋ। ਜੇ ਡਿਸਅਗਰੀ ਕਰਦੇ ਹੋ ਫਿਰ ਉੱਥੇ ਤੁਸੀਂ ਦੱਸ ਦਿਓ ਕਿਉਂ ਟਾਈਮ ਲਿਮਿਟ ਨਹੀਂ ਕਰਨਾ ਚਾਹੀਦਾ, ਵਾਈ ਨੋਟ ਟਾਈਮ ਲਿਮਿਟ, ਅਤੇ ਵਾਈ ਨੋਟ ਰੀਡ ਬੁੱਕਸ, ਕਿਉਂ ਉਹਨਾਂ ਨੂੰ ਬੁੱਕਸ ਦੀ ਰੀਡਿੰਗ ਹੈਬਿਟਸ ਦੇ ਵਿੱਚ ਨਹੀਂ ਪਾਉਣਾ ਚਾਹੀਦਾ। ਮੈਂ ਅਗਰੀ ਕਰਦਾ, ਮੈਂ ਨੋਟ ਦੇ ਫੇਵਰ ਦੇ ਵਿੱਚ ਨਹੀਂ ਜਾਊਂਗਾ। ਸਿੰਪਲ ਆਪਾਂ ਡਿਸਕਸ ਕਰਾਂਗੇ ਕਿ TV ਅਤੇ ਗੇਮਸ ਖੇਡਣ ਦਾ ਟਾਈਮ ਕਿਉਂ ਲਿਮਿਟ ਕਰਨਾ ਚਾਹੀਦਾ ਅਤੇ ਕਿਉਂ ਉਹਨਾਂ ਨੂੰ ਰੀਡਿੰਗ ਹੈਬਿਟਸ ਹੈ ਉਹ ਪਾਉਣੀਆਂ ਚਾਹੀਦੀਆਂ ਨੇ। BP1 ਦੇ ਵਿੱਚ ਆਪਾਂ ਇਹ ਮੈਂਸ਼ਨ ਕਰਾਂਗੇ, BP2 ਦੇ ਵਿੱਚ ਇਹ ਮੈਂਸ਼ਨ ਕਰਾਂਗੇ। ਹਮੇਸ਼ਾ whenever you will get your background statement, you have to read the statements twice or thrice at a time। 2 ਤੋਂ 3 ਵਾਰ ਉਸ ਸਟੇਟਮੈਂਟ ਨੂੰ ਰੀਡ ਕਰੋ, ਅੱਛੀ ਤਰ੍ਹਾਂ ਸਮਝੋ, ਤਾਂ ਕਿ ਜਦੋਂ ਤੁਸੀਂ BPs ਆਪਣਾ ਪੈਰਾਗ੍ਰਾਫ ਲਿਖਣਾ ਸ਼ੁਰੂ ਕਰੋ ਤੁਹਾਨੂੰ ਦੁਬਾਰਾ ਪੜ੍ਹਨਾ ਨਾ ਪਵੇ। ਪਲੈਨਿੰਗ, ਹੁਣ ਆਪਾਂ ਕਰਦੇ ਹਾਂ ਪਲੈਨਿੰਗ ਕਿਵੇਂ ਕਰੀਦੀ ਹੈ। ਪਹਿਲਾਂ ਆਪਾਂ ਨੇ ਸੋਚਿਆ ਵੀ ਹਾਂ ਟਾਈਮ ਲਿਮਿਟ ਕਰਨਾ ਚਾਹੀਦਾ ਪੇਰੈਂਟਸ ਨੂੰ ਬੱਚਿਆਂ ਦਾ। ਵਾਈ ਟਾਈਮ ਲਿਮਿਟ ਕਰਨਾ ਚਾਹੀਦਾ, ਕਿਉਂ ਕਰਨਾ ਚਾਹੀਦਾ ਟਾਈਮ ਲਿਮਿਟ। ਮੇਰਾ ਰੀਜ਼ਨ ਪਹਿਲਾਂ ਹੈਗਾ ਜ਼ਿਆਦਾ TV ਦੇਖਣ ਨਾਲ, ਜ਼ਿਆਦਾ ਗੇਮਸ ਖੇਡਣ ਦੇ ਨਾਲ ਆਈ ਸਾਈਟ ਵੀਕ ਹੁੰਦੀ ਹੈ, ਸਟ੍ਰੈਸ ਪੈਂਦਾ ਉਹਨਾਂ 'ਤੇ ਆਈ ਸਾਈਟ ਦੇ ਵਿੱਚ। ਇਹ ਹੋ ਗਿਆ ਰੀਜ਼ਨ। ਜਦੋਂ ਵੀ ਤੁਹਾਨੂੰ ਕੋਈ ਰੀਜ਼ਨ ਮਿਲਦਾ, ਜਦ ਤੁਸੀਂ ਕੋਈ ਪੁਆਇੰਟ ਸੋਚਦੇ ਹੋ ਤੁਸੀਂ ਰੀਜ਼ਨ ਸੋਚ ਲਿਓ ਵੀ ਹਾਂ ਇਹਦੇ ਨਾਲ ਆਹ ਹੁੰਦਾ, ਉਹਦੇ ਪਿੱਛੇ ਕੁਐਸਚਨ ਮਾਰਕ ਪਾ ਲਓ ਹਮੇਸ਼ਾ। ਸਟ੍ਰੈਸ ਕਿਉਂ ਪੈਂਦਾ ਆਈਸ 'ਤੇ, ਕਿਵੇਂ ਪੈਂਦਾ ਸਟ੍ਰੈਸ, ਉਹਦੇ ਬਾਰੇ ਸੋਚੋ ਕਿਉਂ ਪੈਂਦਾ,
ਕਿਵੇਂ ਪੈਂਦਾ, ਕਾਹਦੇ ਨਾਲ ਪੈਂਦਾ, ਜਦੋਂ ਤੁਸੀਂ ਉਹ ਅੱਗੇ ਮੈਂਸ਼ਨ ਕਰੋਗੇ ਉਹ ਤੁਹਾਡੀ ਹੋਊਗੀ ਸਪੋਰਟਿੰਗ ਡਿਟੇਲਸ। ਵੀ ਹਾਂ ਜ਼ਿਆਦਾ ਟੀਵੀ ਦੇਖਣ ਨਾਲ ਜਾਂ ਕੰਟੀਨਿਊ, ਜਿਵੇਂ ਇੱਥੇ ਸਪੋਰਟਿੰਗ ਪੁਆਇੰਟ ਮੈਂ ਕੀਤੇ ਨੇ। ਪਹਿਲਾ ਪੁਆਇੰਟ ਰੀਜ਼ਨ ਦਿੱਤਾ ਮੈਂ, ਆਈਸ 'ਤੇ ਸਟ੍ਰੈਸ ਪੈਂਦਾ। ਸਪੋਰਟਿੰਗ ਪੁਆਇੰਟ ਇਹਦਾ ਮੈਂ ਕੀ ਦੇ ਰਿਹਾ, ਹਾਰਮਫੁਲ ਰੇਜ਼ ਆਉਂਦੀਆਂ ਨੇ ਸਕਰੀਨ ਦੇ ਵਿੱਚੋਂ, ਜਦੋਂ ਹਾਰਮਫੁਲ ਰੇਜ਼ ਨਿਕਲਦੀਆਂ ਨੇ ਉਹ ਅਫੈਕਟ ਕਰਦੀਆਂ ਨੇ। ਮੇਰਾ ਇੱਕ ਰੀਜ਼ਨ ਇਹ ਹੋ ਗਿਆ ਸਪੋਰਟਿੰਗ ਪੁਆਇੰਟ। ਸੈਕਿੰਡ ਸਪੋਰਟਿੰਗ ਪੁਆਇੰਟ ਮੇਰਾ ਇਹ ਹੋ ਗਿਆ ਕੰਟੀਨਿਊਸ ਜਦੋਂ ਵਾਚ ਕਰੀ ਜਾਣਾ, ਇੱਕ ਚੀਜ਼ 'ਤੇ ਨਿਗਾਹ ਟਿਕਾ ਕੇ ਦੇਖੀ ਜਾਣਾ, ਉਹਦੇ ਨਾਲ ਵੀ ਆਈਸ 'ਤੇ ਉਹ ਪੈਂਦਾ ਸਟ੍ਰੈਸ। ਇਹ ਮੇਰਾ ਫਸਟ ਰੀਜ਼ਨ ਕਵਰ ਹੋ ਗਿਆ। ਟਾਈਮ ਲਿਮਿਟ ਦਾ, ਕਿ ਕਿਉਂ ਟਾਈਮ ਲਿਮਿਟ ਕਰਨਾ ਚਾਹੀਦਾ ਪੇਰੈਂਟਸ ਨੂੰ, ਫਸਟ ਕੁਐਸਚਨ, ਫਸਟ ਰੀਜ਼ਨ। ਸੈਕਿੰਡ ਰੀਜ਼ਨ ਇੱਕ ਹੋਰ, ਆਪਾਂ ਹਮੇਸ਼ਾ ਇੱਕ ਵੀਪੀ ਦੇ ਵਿੱਚ 2 ਰੀਜ਼ਨ ਦੇਣੇ ਹੁੰਦੇ ਨੇ। ਸੈਕਿੰਡ ਰੀਜ਼ਨ ਹੈਗਾ ਅਡਿਕਟਿਵਨੈਸ, ਅਡਿਕਟਿਵ ਹੋ ਜਾਂਦੀ ਹੈ, ਬੱਚੇ ਅਡਿਕਟਿਵ ਹੋ ਜਾਂਦੇ ਨੇ ਇਹਦੇ, ਠੀਕ ਹੈ। ਅਡਿਕਸ਼ਨ ਹੋ ਜਾਂਦੀ ਉਹਨਾਂ ਨੂੰ, ਹੈਬਿਟ ਪੈਣ ਆ ਜਾਂਦੀ ਹੈ ਉਸ ਚੀਜ਼ 'ਤੇ ਕੰਟੀਨਿਊਸਲੀ ਟੀਵੀ ਦੇਖਣਾ ਜਾਂ ਕੰਪਿਊਟਰ ਗੇਮਸ ਖੇਡਣੀਆਂ। ਇਹਦਾ ਸਪੋਰਟਿੰਗ ਪੁਆਇੰਟ ਕੀ ਹੈ, ਫਿਰ ਕੁਐਸਚਨ ਮਾਰਕ ਪਾ ਲਓ ਇਹਦੇ ਪਿੱਛੇ। ਅਡਿਕਟਿਵਨੈਸ ਕਿਉਂ ਹੁੰਦੀ ਹੈ, ਕਿਵੇਂ ਹੁੰਦੀ ਹੈ। ਸਪੋਰਟਿੰਗ ਪੁਆਇੰਟ ਇਹ ਹੁੰਦੀ ਹੈ, ਇਹ ਪਹਿਲਾ ਪੁਆਇੰਟ ਹੈਗਾ ਸਪੋਰਟਿੰਗ ਡਿਟੇਲਸ ਦੇ ਵਿੱਚ ਓਵਰਲੁੱਕ ਐਕਟੀਵਿਟੀਜ਼, ਠੀਕ ਹੈ। ਉਹ ਬਾਹਰ ਦੀਆਂ ਐਕਟੀਵਿਟੀਜ਼ ਵੱਲ ਘੱਟ ਧਿਆਨ ਦਿੰਦੇ ਨੇ, ਠੀਕ ਹੈ। ਅਤੇ ਸਕਰੀਨ ਦੇ ਸਾਹਮਣੇ ਬਹਿ ਕੇ ਟੀਵੀਜ਼ ਨੂੰ ਵਾਚ ਕਰਨਾ, ਮੂਵੀਜ਼ ਵਾਚ ਕਰਨਾ ਜਾਂ ਕੰਪਿਊਟਰ ਗੇਮਸ ਖੇਡਣਾ, ਉਹਦੇ ਵੱਲ ਜ਼ਿਆਦਾ ਧਿਆਨ ਦਿੰਦੇ ਨੇ, ਠੀਕ ਹੈ। ਇਹ ਇੱਕ ਰੀਜ਼ਨ ਹੋ ਗਿਆ ਸਪੋਰਟਿੰਗ ਪੁਆਇੰਟ, ਠੀਕ ਹੈ। ਜਦੋਂ ਐਕਟੀਵਿਟੀਜ਼ ਦੇ ਵੱਲ, ਬਾਹਰ ਦੀਆਂ ਐਕਟੀਵਿਟੀਜ਼ ਵੱਲ ਧਿਆਨ ਨਹੀਂ ਦੇਣਗੇ, ਉਹ ਲੈਸ ਸੋਸ਼ਲਾਈਜ਼ ਹੋ ਜਾਣਗੇ, ਸੋਸ਼ਲ ਐਕਟੀਵਿਟੀਜ਼ ਘੱਟ ਜਾਣਗੀਆਂ, ਕਮਿਊਨੀਕੇਸ਼ਨ ਘੱਟ ਜੂਗੀ ਉਹਨਾਂ ਦੀ ਪੀਅਰ ਗਰੁੱਪ ਦੇ ਨਾਲ, ਠੀਕ ਹੈ। ਕਮਿਊਨੀਕੇਟ ਨਹੀਂ ਕਰ, ਸਾਰਾ ਦਿਨ ਤਾਂ ਕੰਪਿਊਟਰ ਗੇਮਸ ਖੇਡਣੀਆਂ ਜਾਂ ਟੀਵੀ ਦੇਖਣਾ, ਫਿਰ ਬਾਹਰ ਜਾ ਕੇ ਸੋਸ਼ਲਾਈਜੇਸ਼ਨ ਕਿਵੇਂ ਕਰ ਸਕਦੇ ਨੇ। ਇੱਕ ਆਹ ਪੁਆਇੰਟ ਹੋ ਗਿਆ। ਜੇ ਆਹ ਨਹੀਂ ਲਿਖਣਾ ਤਾਂ ਇੱਕ ਹੋਰ ਪੁਆਇੰਟ ਹੈ, ਅਡਿਕਟਿਵਨੈਸ ਕਾਹਦੇ ਲਈ ਕਿਉਂ ਵੱਧ ਰਹੀ ਹੈ, ਕਿਉਂਕਿ ਸਪੈਂਡਿੰਗ ਲੌਂਗ ਆਵਰਸ ਇਨ ਫਰੰਟ ਆਫ ਸਕਰੀਨ, ਜ਼ਿਆਦਾ ਦੇਰ ਤੱਕ ਸਕਰੀਨ ਦੇ ਅੱਗੇ ਬੈਠੇ ਰਹਿਣਾ, ਠੀਕ ਹੈ। ਉਹਦੇ ਨਾਲ ਅਡਿਕਟਿਵਨੈਸ ਹੋ ਜਾਂਦੀ ਹੈ, ਹੈਬਿਟ ਪੈ ਜਾਂਦੀ ਹੈ, ਇੱਕ ਚੀਜ਼ ਨੂੰ ਕਰਨ ਦੀ ਹੈਬਿਟ ਪੈ ਜਾਂਦੀ ਹੈ। 2 ਰੀਜ਼ਨ ਸੋਚ ਲਏ, ਉਹਦੇ ਅੱਗੇ ਮੈਂ ਪੁਆਇੰਟ ਸੋਚ ਲਏ, ਮੈਂ ਹਾਂ ਕੀ ਲਿਖਣਾ ਵਿੱਚ। ਸਿੰਪਲ ਜਿਹਾ ਤਰੀਕਾ, ਇੱਕ ਰੀਜ਼ਨ ਸੋਚੋ, ਉਹਦੇ ਪਿੱਛੇ ਕੁਐਸਚਨ ਮਾਰਕ ਪਾ ਲਓ ਵੀ ਇਹ ਚੀਜ਼ ਕਿਉਂ ਹੁੰਦੀ ਹੈ, ਕਾਹਤੇ ਹੁੰਦੀ ਹੈ। ਜਦੋਂ ਕੁਐਸਚਨ ਮਾਰਕ ਪਾਓਗੇ ਤੁਹਾਡੇ ਆਟੋਮੈਟਿਕਲੀ ਆਪਣੇ ਮਾਈਂਡ ਦੇ ਵਿੱਚ ਆਨਸਰ ਆਉਣੇ ਸ਼ੁਰੂ ਹੋਣ ਲੱਗ ਜਾਣਗੇ ਵੀ ਹਾਂ ਸਟ੍ਰੈਸ ਕਾਹਤੇ ਪੈਂਦਾ, ਹਾਰਮਫੁਲ ਰੇਜ਼ ਨਿਕਲਦੀਆਂ ਨੇ। ਜਦੋਂ ਆਪਾਂ ਇੱਕ ਚੀਜ਼ 'ਤੇ ਨਜ਼ਰ ਟਿਕਾ ਕੇ ਦੇਖਦੇ ਹਾਂ ਤਾਂ ਉਹਦਾ ਸਟ੍ਰੈਸ ਪੈਂਦਾ ਆਈਸ 'ਤੇ। ਇਹ ਸਪੋਰਟਿੰਗ ਡਿਟੇਲਸ ਹੋ ਗਈ। ਸੈਕਿੰਡ ਕੁਐਸਚਨ ਕੀ ਕਹਿੰਦਾ ਆਪਾਂ ਨੇ, ਟਾਈਮ ਲਿਮਿਟ ਕਰਨਾ ਚਾਹੀਦਾ ਵਾਚਿੰਗ ਟੀਵੀ ਦਾ ਅਤੇ ਗੇਮਸ ਖੇਡਣ ਦਾ। ਐਂਡ ਸੈਕਿੰਡ ਕੁਐਸਚਨ ਕੀ ਹੈ, ਇਨਕਰੇਜ ਦੈਮ ਟੂ ਰੀਡ ਬੁੱਕਸ ਰੀਡ ਕਰਨ ਲਈ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ। ਵਾਈ ਰੀਡ ਬੁੱਕਸ, ਸੈਕਿੰਡ ਬੀਪੀ ਦੇ ਵਿੱਚ। ਫਸਟ ਰੀਜ਼ਨ ਗੁੱਡ ਪਾਸ ਟਾਈਮ ਪਾਸ ਵਧੀਆ ਹੋ ਜਾਂਦਾ ਰੀਡਿੰਗ ਕਰਨ ਦੇ ਨਾਲ, ਠੀਕ ਹੈ। ਰੀਡਿੰਗ ਹੈਬਿਟ ਬਣਦੀ ਹੈ, ਇਹਦੀ ਸਪੋਰਟਿੰਗ ਡਿਟੇਲ ਕੀ ਹੈ, ਰੀਡਿੰਗ ਹੈਬਿਟ ਬਣ ਜਾਂਦੀ ਹੈ, ਠੀਕ ਹੈ। ਕੰਸਨਟ੍ਰੇਸ਼ਨ ਬੂਸਟ ਹੁੰਦੀ ਹੈ। ਜੇ ਤੁਸੀਂ ਰੀਡਿੰਗ ਮੋਡਿਊਲ ਕਰਦੇ ਹੋ ਆਇਲਸ ਦੇ ਵਿੱਚ, ਉਹਦੇ ਵਿੱਚ ਤੁਹਾਨੂੰ ਟੀਚਰ ਕਹਿੰਦਾ ਹੋਣਾ ਜੇ 1 ਮਿੰਟ ਲਈ ਵੀ ਕੰਸਨਟ੍ਰੇਸ਼ਨ ਇੱਧਰ ਤੋਂ ਉੱਧਰ ਹੋ ਗਈ, ਜਿਹਦੇ 6 ਜਾਣੇ ਨੇ ਉਹਦੇ 5 ਹੀ ਰਹਿ ਜਾਣੇ ਨੇ ਜਾਂ 5.5 ਰਹਿ ਜਾਣੇ ਨੇ। ਕੰਸਨਟ੍ਰੇਸ਼ਨ ਜਿਹੜੀ ਹੈ ਰੀਡਿੰਗ ਦੇ ਨਾਲ ਉਹ ਬੂਸਟ ਹੁੰਦੀ ਹੈ। ਜੇ ਤੁਸੀਂ ਰੀਡਿੰਗ ਇਨਹਾਂਸ ਕਰਨੀ ਆਪਣੀ, ਠੀਕ ਹੈ, ਵਧੀਆ ਬੈਂਡ ਲੈਣੇ ਨੇ ਰੀਡਿੰਗ ਦੇ ਵਿੱਚ, ਰੋਜ਼ ਇੱਕ ਨਿਊਜ਼ਪੇਪਰ ਲਓ, ਉਹਨੂੰ 1 ਘੰਟਾ ਲਗਾਤਾਰ ਪੜ੍ਹੋ ਵਿਦਾਊਟ ਉਹ ਤੋਂ ਉਹ ਨਹੀਂ ਹੋਣਾ ਵੀ ਨਹੀਂ ਪੜ੍ਹਨਾ ਵੀ ਪੜ੍ਹਨਾ। 1 ਘੰਟਾ ਆਪਣਾ ਮਨ ਬਣਾਓ ਕਿ ਮੈਂ ਇੰਟਰਸਟਿੰਗ ਵੇ ਦੇ ਨਾਲ ਇਸ ਨੂੰ ਪੜ੍ਹਨਾ, ਚਾਹੇ ਉਹ ਟੌਪਿਕ ਤੁਹਾਡੇ ਨਾਲ ਫੈਮੀਲੀਅਰ ਹੈ ਚਾਹੇ ਨਹੀਂ ਹੈਗਾ। ਰੀਡਿੰਗ ਦੇ ਤੁਹਾਡੀ ਐਂ ਹੋਣਾ ਜਾ ਕਰਨੀ ਹੈ। ਇਹ ਕਈ ਬੱਚੇ ਸੋਚਦੇ ਹੁੰਦੇ ਨੇ ਵੀ, ਸਟੂਡੈਂਟ ਸੋਚਦੇ ਨੇ ਵੀ ਯਾਰ ਨਹੀਂ ਯਾਰ ਰੀਡਿੰਗ ਨਿਊਜ਼ਪੇਪਰ ਪੜ੍ਹਨਾ ਕੀ ਹੁੰਦਾ ਕੀ ਨਹੀਂ ਹੁੰਦਾ, ਸਭ ਕੁਝ ਹੁੰਦਾ। ਇੱਕ ਤਾਂ ਫਲੂਐਂਸੀ ਆਉਂਦੀ ਹੈ ਸਪੀਕਿੰਗ ਦੇ ਵਿੱਚ, ਜਦੋਂ ਤੁਸੀਂ ਸਪੀਕਿੰਗ ਕਰੋਗੇ ਫਲੂਐਂਸੀ ਆਉਂਦੀ ਹੈ, ਰੀਡਿੰਗ ਹੈਬਿਟ ਬਣਦੀ ਹੈ, ਆਪਣੇ ਆਪ ਤੁਹਾਨੂੰ ਆਨਸਰ ਮਿਲਣੇ ਸ਼ੁਰੂ ਹੋ ਜਾਣੇ ਜਦ ਤੁਸੀਂ ਨਿਊਜ਼ਪੇਪਰ ਰੀਡ ਕਰਨ ਅੱਗੇ। ਖੈਰ ਆਫ ਦਾ ਟਰੈਕ ਨਹੀਂ ਜਾਣਾ ਆਪਾਂ। ਹੋਰ ਕੀ ਹੁੰਦਾ ਬੁੱਕਸ ਰੀਡ ਕਰਨ ਦੇ ਨਾਲ, ਨੌਲੇਜ ਇਨਹਾਂਸ ਹੁੰਦੀ ਹੈ ਬੁੱਕਸ ਰੀਡ ਕਰਨ ਦੇ ਨਾਲ, ਠੀਕ ਹੈ। ਵਿਜ਼ੂਅਲ ਇਮੇਜ ਬਣਦੀ ਹੈ ਜਿਹੜੀ ਕਿ ਆਪਾਂ ਨੂੰ ਹੈਲਪ ਕਰਦੀ ਹੈ। ਦੇਖੋ ਮੈਂ ਇੱਕ ਪੁਆਇੰਟ ਲਿਖਿਆ, ਉਹਦੀ ਸਪੋਰਟਿੰਗ ਡਿਟੇਲ ਦੇਤੀ। ਵਿਜ਼ੂਅਲ ਇਮੇਜ ਬਣਦੀ ਹੈ ਜਿਹੜੀ ਕਿ ਹੈਲਪ ਕਰਦੀ ਹੈ ਰਾਈਟਿੰਗ ਦੇ ਵਿੱਚ। ਜਦੋਂ ਤੁਸੀਂ ਕੁਛ ਪੜ੍ਹਿਆ ਹੁੰਦਾ, ਠੀਕ ਹੈ, ਜੇ ਤੁਸੀਂ ਉਸ ਚੀਜ਼ ਬਾਰੇ ਲਿਖਣਾ, ਹੁਣ ਤੁਸੀਂ ਮੇਰਾ ਜਿਹੜਾ ਮੈਂ ਐਸੇ ਕਰਾ ਰਿਹਾ ਇਹਦੇ ਪੁਆਇੰਟਸ ਤੁਸੀਂ ਪੜ੍ਹੇ ਹੋਏ ਨੇ, ਜੇ ਕੱਲ੍ਹ ਨੂੰ ਤੁਹਾਨੂੰ ਇਹੋ ਜਿਹਾ ਇਹਦੇ ਰਿਲੇਟਡ ਕੋਈ ਟੌਪਿਕ ਆ ਗਿਆ, ਠੀਕ ਹੈ, ਤੁਹਾਡੀ ਮਾਈਂਡ ਦੇ ਵਿੱਚ ਇਮੇਜ ਬਣੀ ਹੋਊਗੀ ਕਿ ਹਾਂ ਯਾਰ ਇਹ ਚੀਜ਼ ਮੈਂ ਕਿਤੇ ਪੜ੍ਹੀ ਸੀਗੀ। ਉਹ ਰਾਈਟਿੰਗ ਈਜ਼ੀ ਕਰ ਦਿੰਦੀ ਹੈ ਜਦੋਂ ਤੁਸੀਂ ਕੁਛ ਰਾਈਟ ਕਰਨਾ ਹੋਵੇ। ਰੀਡਿੰਗ ਕੀ ਕਰਦੀ ਹੈ, ਰਾਈਟਿੰਗ ਈਜ਼ੀ ਕਰ ਦਿੰਦੀ ਹੈ, ਵਿਜ਼ੂਅਲ ਇਮੇਜ ਬਣਾਉਂਦੀ ਹੈ ਮਾਈਂਡ ਦੇ ਵਿੱਚ, ਜਿਹਦੇ ਨਾਲ ਰਾਈਟਿੰਗ ਈਜ਼ੀ ਹੋ ਜਾਂਦੀ ਹੈ।
ਹੋਰ ਪਰਸਨ ਨੂੰ ਕ੍ਰੀਏਟਿਵ ਬਣਾਉਂਦੀ ਹੈ। ਠੀਕ ਹੈ, ਉਸ ਤੋਂ ਬਾਅਦ ਮੈਂਟਲ ਐਬਿਲਿਟੀ ਬੂਸਟ ਕਰਦੀ ਹੈ, ਮਾਈਂਡ ਸ਼ਾਰਪ ਹੁੰਦਾ ਰੀਡਿੰਗ ਕਰਨ ਦੇ ਨਾਲ, ਕੁਇਕ ਆਨਸਰ ਆਉਣ ਲੱਗ ਜਾਂਦੇ ਨੇ। ਸੋ ਇਹ ਹੋ ਗਈ ਆਪਣੇ ਆਈਡੀਆ ਦੀ ਜਨਰੇਸ਼ਨ। ਹੁਣ ਮੈਂ ਤੁਹਾਨੂੰ ਦੱਸੂਗਾ ਇਸ ਐਸੇ ਇਹ ਸ਼ੋਅ ਕਰੂੰਗਾ ਸਕਰੀਨ 'ਤੇ, ਜਿਹੜਾ ਕਿ ਪ੍ਰੋਪਰ ਮੈਨਰ ਦੇ ਨਾਲ ਵਿਦਾਊਟ ਯੂਜ਼ਿੰਗ ਐਨੀ ਮੋਡਰੇਟ ਲੈਕਸੀਕਲ ਰਿਸੋਰਸਿਸ ਬਹੁਤ ਹੀ ਸਿੰਪਲ ਵੇ ਦੇ ਨਾਲ ਐਸੇ ਨੂੰ ਰਾਈਟ ਕੀਤਾ, ਜਿਹਦੇ ਵਿੱਚ ਕੋਹਰੈਂਸ ਐਂਡ ਕੋਹੀਜ਼ਨ ਵੱਲ ਜ਼ਿਆਦਾ ਧਿਆਨ ਦਿੱਤਾ। ਉਹ ਸਿੰਪਲ ਐਸੇ ਲਿਖ ਕੇ ਤੁਸੀਂ 6.5 ਈਜ਼ੀਲੀ ਸਕੋਰ ਕਰ ਸਕਦੇ ਹੋ। ਮੈਂ ਆਪਣੇ ਪੇਪਰ ਦੇ ਵਿੱਚ 7 ਸਕੋਰ ਕੀਤੇ ਨੇ ਆਇਲਸ ਦੇ ਵਿੱਚ, ਜਿਹਦੇ ਵਿੱਚ ਵਿਦਾਊਟ ਯੂਜ਼ਿੰਗ ਐਨੀ ਡਿਫੀਕਲਟ ਲੈਕਸੀਕਲ ਰਿਸੋਰਸਿਸ ਸਿੰਪਲ ਕੋਹਰੈਂਸ ਐਂਡ ਕੋਹੀਜ਼ਨ ਵੱਲ ਧਿਆਨ ਦਿੱਤਾ, ਜਿਹਦੇ ਨਾਲ ਮੇਰੇ ਰਾਈਟਿੰਗ ਦੇ ਵਿੱਚੋਂ 7 ਸਕੋਰ ਆਏ। ਆ ਬ੍ਰੇਨਸਟੋਰਮਿੰਗ ਹੋ ਗਈ। ਕੁਐਸਚਨ ਦਾ ਆਪਾਂ ਨੂੰ ਪਤਾ ਲੱਗ ਗਿਆ। ਕੁਐਸਚਨ ਦੇ ਵਿੱਚ ਇਹ ਪੁੱਛਿਆ ਕਿ ਪੇਰੈਂਟਸ ਨੂੰ ਸਕਰੀਨ ਟਾਈਮਿੰਗ ਹੈ ਜਿਹੜੀ ਉਹ ਘਟਾਉਣੀ ਚਾਹੀਦੀ ਹੈ ਬੱਚਿਆਂ ਦੀ, ਅਤੇ ਰੀਡਿੰਗ ਬੁੱਕਸ ਵੱਲ ਉਹਨਾਂ ਨੂੰ ਇਨਕਲਕੇਟ ਜ਼ਿਆਦਾ ਕਰਨਾ ਚਾਹੀਦਾ, ਇਨਕਰੇਜ ਕਰਨਾ ਚਾਹੀਦਾ ਵੀ ਤੁਸੀਂ ਬੁੱਕਸ ਰੀਡ ਕਰੋ, TV ਵਗੈਰਾ ਜਾਂ ਕੰਪਿਊਟਰ ਗੇਮਸ ਨਾ ਖੇਡੋ। ਠੀਕ ਹੈ, ਇਹ ਆਪਣੀ ਬ੍ਰੇਨਸਟੋਰਮਿੰਗ ਹੋ ਗਈ। ਹੁਣ ਫਟਾਫਟ ਵਿਦਾਊਟ ਵੇਸਟਿੰਗ ਐਨੀ ਟਾਈਮ ਆਪਾਂ ਕੋਈ ਇੱਕ ਮੂਵ ਕਰਦੇ ਹਾਂ ਆਪਣੀ ਰੀਡਿੰਗ ਪੈਸੇ ਦੇ ਉੱਤੇ, ਜਿਹੜਾ ਕਿ ਤੁਹਾਡੇ ਸਾਹਮਣੇ। ਸਭ ਤੋਂ ਪਹਿਲਾਂ ਹੈਗੀ ਆਪਣੀ ਬੈਕਗਰਾਊਂਡ ਸਟੇਟਮੈਂਟ ਨੂੰ ਪੈਰਾਫਰੇਜ਼ ਕਰਕੇ ਲਿਖਿਆ। ਬੈਕਗਰਾਊਂਡ ਸਟੇਟਮੈਂਟ ਕਹਿੰਦੀ ਹੈ, some people think that parents should limit their time of their children spent watching TV and playing computer games. It is often believed that many parents should reduce the screen timing. Screen timing ਕੀ ਹੁੰਦੀ ਹੈ? ਵਾਚਿੰਗ ਟੀਵੀ ਦੇਖਣਾ, ਕੰਪਿਊਟਰ ਗੇਮਸ ਖੇਡਣਾ, ਇਹ ਸਕਰੀਨਿੰਗ ਹੈ, ਸਕਰੀਨਿੰਗ ਹੈਬਿਟਸ ਨੇ। ਸਕਰੀਨ ਟਾਈਮ ਹੈ ਜਿਹੜਾ ਉਹ ਰਿਡਿਊਸ ਕਰਨਾ ਚਾਹੀਦਾ ਆਫ ਦੇਅਰ ਚਿਲਡਰਨ, ਐਂਡ ਇੰਸਟੈਡ ਇਨਕਰੇਜ them ਟੂ ਇਨਕਲਕੇਟ ਰੀਡਿੰਗ ਹੈਬਿਟਸ। ਇਸ ਤੋਂ ਇਲਾਵਾ ਉਹਨਾਂ ਨੂੰ ਇਨਕਲਕੇਟ ਕਰਨਾ ਚਾਹੀਦਾ ਰੀਡਿੰਗ ਹੈਬਿਟਸ ਦੇ ਵਿੱਚ। ਰੀਡਿੰਗ ਹੈਬਿਟਸ ਇਨਕਰੇਜ। ਇਹ ਮੇਰੀ ਬੈਕਗਰਾਊਂਡ ਸਟੇਟਮੈਂਟ ਉਹਦੇ ਮੇਰੀ ਪੈਰਾਫਰੇਜ਼ ਕਰਕੇ ਲਿਖਤੀ ਉਰੇ ਤੱਕ। ਉਸ ਤੋਂ ਬਾਅਦ ਮੇਰੀ ਥੀਸਿਸ, ਸਿੰਪਲ ਥੀਸਿਸ ਜਿਹੜੀ ਹੈ ਤੁਸੀਂ ਆਹ ਯੂਜ਼ ਕਰ ਸਕਦੇ ਹੋ। ਆਈ ਕੰਪਲੀਟਲੀ ਅਗਰੀ ਟੂ ਦਿਸ ਵਿਊ ਪੁਆਇੰਟ। ਜੇ ਤੁਸੀਂ ਡਿਸਅਗਰੀ ਹੋ ਤਾਂ ਡਿਸਅਗਰੀ ਲਿਖ ਸਕਦੇ ਹੋ। ਆਈ ਕੰਪਲੀਟਲੀ ਅਗਰੀ ਟੂ ਦਿਸ ਵਿਊ ਪੁਆਇੰਟ ਐਂਡ ਫੋਲੋਇੰਗ ਲਾਈਨਸ ਜਸਟੀਫਾਈ ਇਟ ਸੇਮ। ਇਹ ਥੀਸਿਸ ਹੋ ਗਈ ਇਸ ਤਰ੍ਹਾਂ ਦੀ ਕਿ ਮੈਂ ਹਾਂ ਇਸ ਚੀਜ਼ ਨਾਲ ਅਗਰੀ ਕਰਦਾ ਹਾਂ, ਅਤੇ ਜਿਹੜੇ ਮੇਰੇ ਫੋਲੋਇੰਗ ਪੈਰਾਗ੍ਰਾਫਸ ਨੇ ਉਹਦੇ ਵਿੱਚ ਮੈਂ ਜਸਟੀਫਾਈ ਕਰ ਦੂੰਗਾ ਕਿ ਕਿਉਂ ਮੈਂ ਆਪਣਾ ਇਸ ਚੀਜ਼ ਨੂੰ ਅਗਰੀ ਕਰਦਾ। ਜੇ ਤੁਸੀਂ ਓਪੀਨੀਅਨ ਉਰੇ ਦੇਣਾ ਚਾਹੁੰਦੇ ਹੋ ਤੁਸੀਂ ਓਪੀਨੀਅਨ ਦੇ ਸਕਦੇ ਹੋ। ਵੈਸੇ ਓਪੀਨੀਅਨ ਦੇ ਤੁਸੀਂ ਲਾਸਟ ਦੇ ਵਿੱਚ ਦਿਓ ਤਾਂ ਉਹ ਕਨਕਲੂਜਨ ਦੇ ਵਿੱਚ ਦੇ ਦਿਓ ਤਾਂ ਉਹ ਵੀ ਇੱਕ ਬੈਟਰ ਤਰੀਕਾ ਹੈ। ਹੁਣ BP ਕਿਵੇਂ ਲਿਖਣਾ, ਜਿਸ ਹਿਸਾਬ ਨਾਲ ਆਪਾਂ ਪਲੈਨਿੰਗ ਕੀਤੀ ਸੀ। ਫਸਟ ਕੁਐਸਚਨ ਆਪਾਂ ਕੀ ਕਹਿੰਦਾ ਸੀਗਾ ਕਿ ਵਾਚਿੰਗ ਟਾਈਮ ਜਿਹੜਾ ਹੈ ਉਹ ਘਟਾਉਣਾ ਚਾਹੀਦਾ ਪੇਰੈਂਟਸ ਨੂੰ। ਪਲੈਨਿੰਗ ਦੇ ਵਿੱਚ ਆਪਾਂ ਕੀ ਲਿਖਿਆ? ਸਟ੍ਰੈਸ ਔਨ ਆਈਜ਼। ਠੀਕ ਹੈ। ਸੈਕਿੰਡ ਦੇ ਵਿੱਚ ਕੀ ਲਿਖਿਆ? ਅਡਿਕਟਿਵਨੈਸ। ਹੁਣ ਇਹ ਦੋਨਾਂ ਪੁਆਇੰਟ ਨੂੰ ਲੈ ਕੇ ਆਪਾਂ ਨੇ BP ਲਿਖਣਾ। BP ਦੀ ਸ਼ੁਰੂਆਤ ਕਿਵੇਂ ਕਰਨੀ ਹੈ? BP ਦੀ ਸ਼ੁਰੂਆਤ ਕਈ ਸਟੂਡੈਂਟ ਨੂੰ ਕੀ ਕਰਦੇ ਨੇ, ਬਹੁਤ ਗਲਤ ਕਰਦੇ ਨੇ ਸਟਾਰਟ। ਦੇਰ ਆਰ ਮਾਈਲਡ ਆਫ ਰੀਜ਼ਨ ਬਿਹਾਈਂਡ ਦਿਸ ਟੈਂਡੈਂਸੀ। ਕਿਹੜੀ ਟੈਂਡੈਂਸੀ ਇਹਦਾ ਪਤਾ ਹੀ ਨਹੀਂ, ਕਾਹਦੀ ਟੈਂਡੈਂਸੀ ਇਹ ਤਾਂ ਪਤਾ ਹੀ ਨਹੀਂ। ਤੁਹਾਨੂੰ ਪਤਾ ਵੀ ਉਹ ਕਾਹਦੀ ਟੈਂਡੈਂਸੀ ਹੈ, ਐਗਜ਼ਾਮੀਨਰ ਨੂੰ ਨਹੀਂ ਨਾ ਪਤਾ ਵੀ ਤੁਸੀਂ ਕੀ ਚੀਜ਼ ਮੈਂਸ਼ਨ ਕਰਨਾ ਚਾਹੁੰਦੇ ਹੋ BP ਦੇ ਵਿੱਚ। ਉੱਥੇ ਕੋਹਰੈਂਸ ਐਂਡ ਕੋਹੀਜ਼ਨ ਦੇ ਮਾਰਕਸ ਕੱਟੇ ਜਾਂਦੇ ਨੇ, ਉਹ 5.5 ਰਹਿ ਜਾਂਦੇ ਨੇ, ਫਿਰ 5 ਜਾਂ 5.5 ਰਹਿ ਜਾਂਦੇ ਨੇ। ਵਧੀਆ ਤਰੀਕਾ ਹੈਗਾ ਇਹ ਲਿਖਣ ਦਾ। ਔਨ ਦੀ ਵਨ ਹੈਂਡ ਟੂ ਬਿਗਿਨ ਵਿਦ, ਟੂ ਕਮੈਂਸ ਵਿਦ, ਤੁਸੀਂ ਕੁਛ ਵੀ ਕਨੈਕਟਰ ਯੂਜ਼ ਕਰ ਸਕਦੇ ਹੋ। ਜੇ ਕਨੈਕਟਰ ਯੂਜ਼ ਨਹੀਂ ਕਰਨਾ ਤੁਸੀਂ ਸਿੱਧਾ ਵੀ ਯੂਜ਼ ਕਰ ਸਕਦੇ ਹੋ ਔਨ ਦੀ ਵਨ ਹੈਂਡ, ਜਾਂ ਸਿੱਧਾ ਹੀ ਸਿੱਧਾ ਇੱਥੋਂ ਵੀ ਸ਼ੁਰੂ ਕਰ ਸਕਦੇ ਹੋ। ਲਿਮਿਟਿੰਗ ਅ ਵਿਊਇੰਗ ਆਫ ਚਾਈਲਡ TV ਐਂਡ ਕੰਪਿਊਟਰ ਸਕਰੀਨ ਟਾਈਮ। ਮੈਂ ਕੁਐਸਚਨ ਡਿਟੋ ਕੁਐਸਚਨ ਚੱਕਿਆ ਉਰੋਂ, ਮੇਰੇ ਐਗਜ਼ਾਮੀਨਰ ਨੂੰ ਪਤਾ ਲੱਗ ਜਾਊਗਾ ਵੀ ਹਾਂ ਵੀ ਇਹਨੇ ਕੁਐਸਚਨ ਸ਼ੁਰੂ ਕਰਤਾ ਕਾਹਦੇ ਬਾਰੇ? ਲਿਮਿਟਿੰਗ TV ਟਾਈਮਿੰਗ ਆਫ ਦੇਅਰ ਚਿਲਡਰਨ ਸਪੈਂਡਿੰਗ ਵਾਚਿੰਗ TV ਐਂਡ ਪਲੇਇੰਗ ਕੰਪਿਊਟਰ ਗੇਮਸ। ਲਿਮਿਟਿੰਗ ਅ ਵਿਊਇੰਗ ਟਾਈਮ ਆਫ ਚਾਈਲਡ TV ਐਂਡ ਕੰਪਿਊਟਰ ਸਕਰੀਨ ਇਜ਼ essential। ਕਿਉਂ? ਬਿਕੋਜ਼ ਦਿਸ ਕੈਨ ਕਾਜ਼ ਐਕਸਟ੍ਰੀਮ ਸਟ੍ਰੇਨ ਔਨ ਆਈਸ। ਅੱਖਾਂ 'ਤੇ ਦਬਾਅ ਪਾਉਂਦੀ ਹੈ। ਹੁਣ ਮੇਰਾ ਜਿਹੜਾ ਪਹਿਲਾ ਰੀਜ਼ਨ ਹੈ ਉਹ ਕੁਐਸਚਨ ਦੇ ਨਾਲ ਰਿਲੇਟ ਕਰ ਗਿਆ। ਸਕਰੀਨ ਟਾਈਮਿੰਗ ਕਿਉਂ ਘਟਾਉਣੀ ਚਾਹੀਦੀ ਹੈ? ਸਕਰੀਨ ਟਾਈਮਿੰਗ ਘਟਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਕਾਜ਼ ਕੀ ਕਰ ਰਿਹਾ? ਉਹ ਸਟ੍ਰੇਨ ਪਾ ਰਿਹਾ, ਅੱਖਾਂ 'ਤੇ ਦਬਾਅ ਪਾ ਰਿਹਾ। ਠੀਕ ਹੈ, ਇਹ ਰਿਲੇਟ ਕਰ ਗਿਆ ਨਾ ਕੁਐਸਚਨ ਦੇ ਨਾਲ। ਕੋਹਰੈਂਸ ਐਂਡ ਕੋਹੀਜ਼ਨ ਸਹੀ ਹੋ ਗਈ ਤੁਹਾਡੀ, ਮੈਚ ਕਰ ਗਿਆ। ਐਗਜ਼ਾਮੀਨਰ ਜਦੋਂ ਪੜ੍ਹੂਗਾ ਉਹਨੂੰ ਪਤਾ ਲੱਗ ਜਾਣਾ ਵੀ ਹਾਂ ਸਕਰੀਨ ਟਾਈਮ ਦੀ ਘੱਟ ਹੋਣ ਦੇ ਫਾਇਦੇ ਦੱਸ ਰਿਹਾ ਵੀ ਕਿਉਂ ਘਟਾਉਣਾ ਚਾਹੀਦਾ। ਸਟ੍ਰੇਨ ਔਨ ਆਈਸ, ਅੱਖਾਂ 'ਤੇ ਦਬਾਅ ਪੈਂਦਾ। ਇੱਥੇ ਤੱਕ ਹੋ ਗਈ ਆਪਣੀ
ਰੀਜ਼ਨ 1 ਤੋਂ ਬਾਅਦ ਆਪਾਂ ਐਕਸਪਲੇਨ ਕਰਨਾ ਹੈ। ਤੁਸੀਂ ਇੱਥੇ ਕਨੈਕਟਰ ਯੂਜ਼ ਕਰ ਸਕਦੇ ਹੋ ਟੂ ਐਕਸਪਲੀਕੇਟ ਇਟ, ਟੂ ਇਲੈਬੋਰੇਟ ਇਟ, ਟੂ ਕਲੈਰੀਫਾਈ ਇਟ। ਜੇ ਤੁਸੀਂ ਕਨੈਕਟਰ ਯੂਜ਼ ਕਰਨਾ ਤਾਂ ਕਰ ਸਕਦੇ ਹੋ। ਮੈਂ ਯੂਜ਼ ਕੀਤਾ ਦਿਸ ਇਜ਼ ਮੇਨਲੀ ਡਿਊ ਟੂ, ਅੱਖਾਂ 'ਤੇ ਦਬਾਅ ਕਿਉਂ ਪੈ ਰਿਹਾ, ਦਿਸ ਇਜ਼ ਮੇਨਲੀ ਡਿਊ ਟੂ ਹਾਰਮਫੁਲ ਰੇਸ। ਮੈਂ ਐਰੋ ਲਿਖਿਆ ਹਾਰਮਫੁਲ ਰੇਸ ਨਿਕਲ ਕੇ ਆਉਂਦੀਆਂ ਨੇ। ਸਪੋਰਟ ਦੇਤੀ ਉਹਨੂੰ ਪੁਆਇੰਟ ਦੀ, ਠੀਕ ਹੈ, ਇਹ ਸਪੋਰਟਿੰਗ ਡਿਟੇਲ ਹੈ। This is mainly due to harmful rays that one exposed from TV and computer screens, and this can result in visual impairments। ਦੇਖਣ ਦੀ ਸ਼ਮਤਾ ਜਿਹੜੀ ਹੈ ਉਹ ਘਟ ਜਾਂਦੀ ਹੈ, ਨਜ਼ਰ ਜਿਹੜੀ ਹੈ ਉਹ ਘਟ ਜਾਂਦੀ ਹੈ, ਠੀਕ ਹੈ। ਕਹਿੰਦੇ ਨਾ ਨੰਬਰ ਘਟ ਗਿਆ ਹੈ ਨਾ, ਵਿਜ਼ੂਅਲ ਇੰਪੇਅਰਮੈਂਟਸ ਇਫੈਕਟ ਪੈ ਜਾਂਦਾ ਆਈਜ਼ ਦੇ ਵਿੱਚ, ਕਿਉਂਕਿ ਜਿਹੜੀ ਹਾਰਮਫੁਲ ਰੇਜ਼ ਨੇ ਉਹ ਸਕਰੀਨ ਦੇ ਵਿੱਚੋਂ ਨਿਕਲਦੀਆਂ ਨੇ, ਜਿਹਦੇ ਨਾਲ ਅੱਖਾਂ 'ਤੇ ਦਬਾਅ ਪੈਂਦਾ। ਇਹ ਰਿਲੇਟ ਕਰ ਗਿਆ ਪਹਿਲੇ ਨਾਲ। ਹੁਣ ਮੈਂ ਇਹਦੀ ਰੈਲੇਵੈਂਟ ਇੱਕ ਐਗਜ਼ਾਮਪਲ ਦਿੱਤੀ। ਫੋਰ ਇੰਸਟੈਂਸ ਚਿਲਡਰਨ ਹੂ ਆਰ ਗਲੂਡ ਮੈਨੇ ਚਿਪਕੇ ਰਹਿਣਾ, ਗਲੂਡ ਟੂ ਸਕਰੀਨਸ ਸਫਰਸ ਫਰੋਮ ਆਈ ਸਾਈਟ ਪ੍ਰੋਬਲਮ। ਜਿਹੜੇ ਬੱਚੇ ਸਕਰੀਨ ਦੇ ਨਾਲ ਚਿਪਕੇ ਰਹਿੰਦੇ ਨੇ ਉਹਨਾਂ ਨੂੰ ਆਈ ਸਾਈਟ ਪ੍ਰੋਬਲਮਸ ਹੁੰਦੀਆਂ ਨੇ। ਐਂਡ ਕੰਪਲੀਟਲੀ ਡਿਪੈਂਡ ਔਨ ਸਪੈਕਟਲਸ, ਉਹ ਡਿਪੈਂਡ ਕਰਨ ਲੱਗ ਜਾਂਦੇ ਜਾਂ ਲੈਂਸ ਪਾ ਲੈਂਦੇ ਨੇ, ਠੀਕ ਹੈ, ਆਈ ਸਾਈਟ ਵੀਕ ਹੋ ਜਾਂਦੀ ਹੈ, ਨੰਬਰ ਘੱਟ ਜਾਂਦਾ ਆਈਸ ਦਾ, ਠੀਕ ਹੈ, ਜਾਂ ਸਪੈਕਸਿਸ ਲੱਗ ਜਾਂਦੀਆਂ ਨੇ, ਠੀਕ ਹੈ, ਆਈ ਸਾਈਟ ਵੀਕ ਹੋ ਜਾਂਦੀ ਹੈ। ਕਹਿਣ ਦਾ ਮਤਲਬ ਇਹਦੇ ਹੀ ਰੈਲੇਵੈਂਟ ਦੇਖੋ, ਜਿਹੜੇ ਮੈਂ ਉੱਪਰ ਰੀਜ਼ਨ ਦਿੱਤਾ ਸੀਗਾ ਸਟ੍ਰੇਨ ਔਨ ਆਈਸ ਦਾ, ਅੱਖਾਂ 'ਤੇ ਦਬਾਅ ਦਾ, ਉਹਦੇ ਰੈਲੇਵੈਂਟ ਹੀ ਇੱਕ ਐਗਜ਼ਾਮਪਲ ਦਿੱਤੀ, ਠੀਕ ਹੈ। ਇਹ ਮੇਰਾ ਫਸਟ ਰੀਜ਼ਨ ਕੰਪਲੀਟ ਹੋ ਚੁੱਕਾ। ਸੈਕਿੰਡ ਰੀਜ਼ਨ ਮੈਂ ਇੱਥੇ ਦੇ ਰਿਹਾ। ਸੈਕਿੰਡ ਰੀਜ਼ਨ ਕੀ ਸੀ? ਐਡਿਕਟਿਵਨੈਸ ਸੀਗਾ। ਐਡਿਕਟਿਵਨੈਸ ਹੋ ਜਾਂਦੀ ਹੈ। ਐਡਿਕਟਿਵਨੈਸ ਕਿਵੇਂ ਹੋ ਜਾਂਦੀ ਹੈ, ਉਹਦੇ ਨਾਲ ਕੀ ਹੁੰਦਾ? ਐਡਿਕਟਿਵਨੈਸ ਨਾਲ ਐਕਟੀਵਿਟੀਜ਼ ਜਿਹੜੀਆਂ ਬਾਹਰ ਦੀਆਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ, ਲੈਸ ਸੋਸ਼ਲਾਈਜ਼ ਹੋ ਜਾਂਦੇ ਨੇ, ਠੀਕ ਹੈ। ਹੋਰ ਕੀ ਹੁੰਦਾ? ਸਪੈਂਡਿੰਗ ਲੌਂਗ ਆਵਰਸ ਇਨ ਫਰੰਟ ਆਫ ਸਕਰੀਨ, ਦਿਸ ਇਜ਼ ਆਲਸੋ ਮੇਨ ਰੀਜ਼ਨ ਫॉर ਐਡਿਕਟਿਵਨੈਸ, ਠੀਕ ਹੈ। ਇਸੇ ਪੁਆਇੰਟਸ ਨੂੰ ਲੈ ਕੇ ਆਪਾਂ ਅੱਗੇ ਨਾ ਐਕਸਪਲੇਨ ਕੀਤਾ ਹੈ। ਦੇਖੋ, ਅਨਦਰ ਨੈਗੇਟਿਵ ਫੈਕਟਰ ਇਜ਼ ਸਕਰੀਨਿੰਗ ਹੈਬਿਟਸ ਆਰ ਵੈਰੀ ਅਡਿਕਟਿਵ। ਇੱਥੇ ਮੈਂ ਫੇਰ ਲਿਖਿਆ ਸਕਰੀਨਿੰਗ ਹੈਬਿਟਸ। ਸਕਰੀਨਿੰਗ ਹੈਬਿਟ ਮਤਲਬ ਵਾਚਿੰਗ TV ਐਂਡ ਪਲੇਇੰਗ ਕੰਪਿਊਟਰ ਗੇਮਸ। ਮੈਂ ਫੇਰ ਕੁਐਸਚਨ ਨੂੰ ਨਾਲ ਲੈ ਕੇ ਚੱਲ ਰਿਹਾ, ਐਗਜ਼ਾਮੀਨਰ ਨੂੰ ਫਿਰ ਪਤਾ ਲੱਗ ਜਾਊਗਾ ਕਿ ਮੈਂ ਸੈਕਿੰਡ ਪੁਆਇੰਟ ਜਿਹੜਾ ਲਿਖਿਆ ਉਹ ਵੀ ਮੈਂ ਸਕਰੀਨਿੰਗ ਦੇ ਉੱਤੇ ਲਿਖਿਆ। ਇਹ ਬਣ ਰਿਹਾ ਕੋਹਰੈਂਸ ਐਂਡ ਕੋਹੀਜ਼ਨ, ਇੱਕ ਫਲੋ ਬਣ ਰਿਹਾ BP ਨੂੰ ਲਿਖਣ ਦਾ। ਅਨਦਰ ਨੈਗੇਟਿਵ ਫੈਕਟਰ ਇਜ਼ ਸਕਰੀਨਿੰਗ ਹੈਬਿਟਸ ਆਰ ਵੈਰੀ ਅਡਿਕਟਿਵ। ਨਾਲ ਮੈਂ ਰੀਜ਼ਨ ਲਿਖਿਆ, ਨਾਲੇ ਮੈਂ ਕੁਐਸਚਨ ਰਿਲੇਟ ਕੀਤਾ ਉੱਪਰੋਂ। ਅਤੇ ਐਡਿਕਟਿਵਨੈਸ ਕਿਉਂ ਹੁੰਦੀ ਹੈ ਉਹਨੂੰ ਐਕਸਪਲੇਨ ਕਰਦੇ ਹਾਂ। ਮੈਨੀ ਯੰਗ ਚਿਲਡਰਨ ਹੂ ਸਟਿਕ ਵਿਦ ਗੇਮਸ, ਜਿਹੜੇ ਗੇਮਸ 'ਤੇ ਸਾਰਾ ਦਿਨ ਲੱਗੇ ਰਹਿੰਦੇ ਨੇ, ਦੇ ਓਵਰਲੁੱਕ ਆਊਟਫੀਲਡ ਐਕਟੀਵਿਟੀਜ਼। ਜੇ ਘਰੇ ਬੈਠ ਕੇ ਕੰਪਿਊਟਰ ਗੇਮ ਖੇਡੀ ਜਾਣੀ ਆ, TV ਦੇਖੀ ਜਾਣਾ, ਉਹਦੇ ਨਾਲ ਕੀ ਕਰਦੇ ਨੇ? ਬਾਹਰ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਉਹ ਪਿੱਛੇ ਰਹਿ ਜਾਂਦੀਆਂ ਨੇ, ਠੀਕ ਹੈ, ਜਿਹਨੂੰ ਕਹਿੰਦੇ ਵਾਂਝਾ ਰਹਿ ਜਾਣਾ, ਠੀਕ ਹੈ। ਉਹ ਓਵਰਲੁੱਕ ਹੋ ਜਾਂਦੀਆਂ ਨੇ ਐਕਟੀਵਿਟੀਜ਼। ਐਜ਼ ਅ ਰਿਜ਼ਲਟ ਚਿਲਡਰਨ ਦੇ ਇਫੈਕਟ ਦੇਅਰ ਫਿਜ਼ੀਕਲ ਡਿਵੈਲਪਮੈਂਟ ਨਹੀਂ ਹੁੰਦੀ, ਠੀਕ ਹੈ। ਜੇ ਬਾਹਰ ਨਿਕਲ ਕੇ ਫਿਜ਼ੀਕਲ ਐਕਟੀਵਿਟੀ ਨਹੀਂ ਕਰਨੀ, ਫਿਜ਼ੀਕਲ ਡਿਵੈਲਪਮੈਂਟ ਹੋਣੀ ਨਹੀਂ। ਐਂਡ ਲੈਸ ਸੋਸ਼ਲਾਈਜ਼ ਵਿਦ ਸੋਸਾਇਟੀ। ਮੈਂ ਇੱਕ ਪੁਆਇੰਟ ਨੂੰ ਸਪੋਰਟਿੰਗ ਡਿਟੇਲ ਨੂੰ ਲੈ ਕੇ ਐਕਸਪਲੇਨ ਕੀਤਾ। ਜੇ ਤੁਸੀਂ ਇਹ ਨਹੀਂ ਲੈਣਾ ਤਾਂ ਇਸ ਨੂੰ ਲੈ ਕੇ ਵੀ ਐਕਸਪਲੇਨ ਕਰ ਸਕਦੇ ਹੋ ਵੀ ਸਪੈਂਡਿੰਗ ਆਵਰਸ ਇਨ ਫਰੰਟ ਆਫ ਸਕਰੀਨ ਜ਼ਿਆਦਾ ਨੇ, ਠੀਕ ਹੈ। ਲੌਂਗ ਆਵਰਸ ਤੱਕ ਇੱਕ ਜਗ੍ਹਾ 'ਤੇ ਬੈਠ ਕੇ TV ਦੇਖਣਾ, ਗੇਮਸ ਖੇਡਣ ਨਾਲ ਜਿੰਨਾ ਆਊਟਡੋਰ ਐਕਟੀਵਿਟੀਜ਼ ਘੱਟ ਜਾਂਦੀ, ਤੁਸੀਂ ਇਹ ਵੀ ਲਿਖ ਸਕਦੇ ਹੋ। ਸਪੋਰਟਿੰਗ ਡਿਟੇਲਸ ਦੇਣੀ ਹੈ ਜਿਹੜਾ ਰੀਜ਼ਨ ਦੇ ਰਹੇ ਹੋ ਤੁਸੀਂ। ਇਹ ਹੋ ਗਿਆ ਆਪਣਾ BP1 ਕੰਪਲੀਟ। BP1 ਦੇਖੋ ਮੈਂ ਉਵੇਂ ਲਿਖਿਆ ਜਿਸ ਹਿਸਾਬ ਨਾਲ ਮੈਂ ਬ੍ਰੇਨਸਟੋਰਮਿੰਗ ਕੀਤੀ ਸੀਗੀ। ਮੈਨੂੰ ਕੋਈ ਪੁਆਇੰਟ ਸੋਚਣ ਦੀ ਲੋੜ ਨਹੀਂ ਪਿਆ ਵੀ ਯਾਰ ਮੈਂ ਅੱਛਾ ਮੈਂ ਸਟ੍ਰੈਸ ਔਨ ਆਈਸ ਲਿਖਤਾ, ਇਹਦੀ ਮੈਂ ਹੁਣ ਸਪੋਰਟਿੰਗ ਡਿਟੇਲ ਦੇ ਵਿੱਚ ਕੀ ਲਿਖਾਂ, ਠੀਕ ਹੈ। ਆਪਣੇ ਪੁਆਇੰਟਸ ਪਹਿਲਾਂ ਹੀ ਬਣੇ ਹੋਏ ਸੀ, ਉਹੀ ਚੱਕ ਕੇ ਸੇਮ ਟੂ ਸੇਮ ਇੱਧਰ ਮੈਂ BP ਦੇ ਵਿੱਚ ਲਿਖੇ ਨੇ, ਠੀਕ ਹੈ। ਉਸੀ ਤਰ੍ਹਾਂ ਵਾਈ ਰੀਡਿੰਗ ਹੈਬਿਟਸ ਆਰ ਗੁੱਡ। ਸੈਕਿੰਡ BP ਦੇ ਵਿੱਚ ਆਪਾਂ ਉਹ ਐਕਸਪਲੇਨ ਕਰਾਂਗੇ। ਔਨ ਦੀ ਅਦਰ ਹੈਂਡ, ਇਹ ਹੋ ਗਿਆ ਆਪਣਾ BP2 ਸਟਾਰਟ। On the other hand, reading books can be a good pastime for children। ਰੀਜ਼ਨ 1 ਕੀ ਲਿਖਿਆ ਸੀ ਆਪਾਂ ਨੇ? ਗੁੱਡ ਟਾਈਮ ਪਾਸ ਵਧੀਆ ਹੁੰਦਾ ਹੈ, ਠੀਕ ਹੈ। ਇਹਨੂੰ ਵੀ ਮੈਂ ਰੀਜ਼ਨ ਨੂੰ ਕਿਹਦੇ ਨਾਲ ਰਿਲੇਟ ਕੀਤਾ? ਉੱਪਰ ਕੁਐਸਚਨ ਦੇ ਨਾਲ। ਕੁਐਸਚਨ ਕੀ ਸੀਗਾ? ਇਨਕਰੇਜ them to read books। Why read books? Because reading books can be a good pastime for children।
ਐਗਜ਼ਾਮੀਨਰ ਨੂੰ ਫਿਰ ਪਤਾ ਲੱਗ ਗਿਆ ਵੀ ਰੀਡਿੰਗ ਬੁੱਕਸ ਦੀ ਗੱਲ ਹੋਣ ਲੱਗੀ ਆ ਹੁਣ ਇਹਨੂੰ ਆਪਾਂ ਨੇ ਐਕਸਪਲੇਨ ਕਰਨਾ। ਟੂ ਲੈਬੋਰੇਟ ਇਟ ਐਨਹਾਂਸ ਦ ਕੁਇਕ ਥਿੰਕਿੰਗ ਹੋਣ ਲੱਗ ਜਾਂਦੀ ਹੈ, ਠੀਕ ਹੈ। ਐਂਡ ਹੈਲਪਸ ਟੂ ਮੇਕ ਐਨ ਵਿਜ਼ੂਅਲ ਇਮੇਜ ਇਨ ਮਾਈਂਡ ਵਾਈਲ ਰਾਈਟਿੰਗ। ਉਹੀ ਚੀਜ਼ ਵਿਜ਼ੂਅਲ ਇਮੇਜ ਬਣ ਜਾਂਦੀ ਹੈ ਰੀਡਿੰਗ ਬੁੱਕਸ ਦੇ ਨਾਲ। ਜਦੋਂ ਕੁਛ ਵੀ ਰਾਈਟ ਕਰਨਾ ਹੁੰਦਾ ਉਹਦੀ ਪਿਕਚਰ ਪਹਿਲਾਂ ਹੀ ਮਾਈਂਡ ਦੇ ਵਿੱਚ ਹੁੰਦੀ ਹੈ ਵੀ ਹਾਂ ਯਾਰ ਮੈਂ ਇਹ ਚੀਜ਼ ਕਿਤੇ ਪੜ੍ਹੀ ਆ, ਮੈਂ ਈਜ਼ੀਲੀ ਰਾਈਟ ਕਰ ਸਕਦਾ, ਠੀਕ ਹੈ। ਇਟ ਹੈਲਪਸ ਟੂ ਮੇਕ ਅ ਪਰਸਨ ਕ੍ਰੀਏਟਿਵ ਐਂਡ ਇੰਪਰੂਵਡ ਕੰਸਨਟ੍ਰੇਸ਼ਨ। ਪਰਸਨ ਨੂੰ ਕ੍ਰੀਏਟਿਵ ਬਣਾਉਂਦੀ ਹੈ ਰੀਡਿੰਗ ਹੈਬਿਟਸ, ਅਤੇ ਕੰਸਨਟ੍ਰੇਸ਼ਨ ਜਿਹੜੀ ਹੈ ਇੰਪਰੂਵ ਕਰਦੀ ਹੈ, ਠੀਕ ਹੈ। ਮੋਰ ਓਵਰ ਇੱਕ ਹੋਰ ਰੀਜ਼ਨ, ਰੀਡਿੰਗ ਮੇਕਸ ਵਨ ਨੌਲੇਜੇਬਲ। ਨੌਲੇਜ ਇਨਹਾਂਸ ਕਰਦੀ ਹੈ ਰੀਡਿੰਗ, ਠੀਕ ਹੈ। ਫੋਰ ਐਗਜ਼ਾਮਪਲ ਯੂਜ਼ ਕਰੋ ਤੇ, ਕਿਉਂਕਿ ਇੰਸਟੈਂਸ ਆਪਾਂ ਉੱਪਰ ਯੂਜ਼ ਕਰ ਚੁੱਕੇ ਹਾਂ, ਤਾਂ ਨੀਚੇ ਆਪਾਂ ਐਗਜ਼ਾਮਪਲ ਯੂਜ਼ ਕਰਾਂਗੇ। ਸੇਮ ਆਪਾਂ ਜਿਹੜੇ ਕਨੈਕਟਰ ਨੇ ਉਹ ਯੂਜ਼ ਨਹੀਂ ਕਰਨੇ ਹੁੰਦੇ, ਚੇਂਜ ਕਰਕੇ ਲਿਖਣੇ ਹੁੰਦੇ ਨੇ। ਫੋਰ ਇੰਸਟੈਂਸ, ਇਟ ਇਜ਼ ਸੈਡ ਦੈਟ ਚਿਲਡਰਨ ਹੂ ਆਰ ਅਵੇਅਰ ਰੀਡਰਸ, ਜਿਹੜੇ ਕਿ ਬੱਚੇ ਰੀਡਰ ਹੁੰਦੇ ਨੇ, ਤਾਂ ਮਤਲਬ ਕਿ ਉਹਨਾਂ ਦੀ ਰੀਡਿੰਗ ਹੈਬਿਟਸ ਹੁੰਦੀਆਂ ਨੇ, ਠੀਕ ਹੈ। ਆਰ ਐਸੋਸੀਏਟਡ ਵਿਦ ਸ਼ਾਰਪ ਮਾਈਂਡ। ਉਹਨਾਂ ਦਾ ਜਿਹੜਾ ਮਾਈਂਡ ਆ ਉਹ ਬੜਾ ਸ਼ਾਰਪ ਹੁੰਦਾ, ਜਿਹਨਾਂ ਨੂੰ ਰੀਡਿੰਗ ਹੈਬਿਟਸ ਹੁੰਦੀਆਂ ਨੇ, ਜਿਹੜੇ ਬੁੱਕਸ ਵਗੈਰਾ ਪੜ੍ਹਦੇ ਨੇ ਉਹਨਾਂ ਦਾ ਮਾਈਂਡ ਜਿਹੜਾ ਹੈ ਉਹ ਬਹੁਤ ਸ਼ਾਰਪ ਹੁੰਦਾ। ਉਸ ਤੋਂ ਬਾਅਦ ਰਿਜ਼ਲਟ ਦੇ ਦਾਂਗੇ, ਇਹ ਸਾਰੇ ਦਾ ਰਿਜ਼ਲਟ ਕੀ ਹੈ। ਦੇਅਰਫੋਰ ਰੀਡਿੰਗ ਹੈਬਿਟਸ ਇਨ ਚਾਈਲਡ ਮੇਕਸ ਦੈਮ ਚੈਲੰਜਰ ਐਂਡ ਇੰਪਰੂਵ ਮੈਂਟਲ ਐਬਿਲਿਟੀ। ਸੇਮ ਇੱਥੇ ਲਿਖਿਆ ਸੀਗਾ, ਮੈਂਟਲ ਐਬਿਲਿਟੀ ਬੂਸਟ ਹੁੰਦੀ ਹੈ, ਮਾਈਂਡ ਸ਼ਾਰਪ ਹੁੰਦਾ, ਠੀਕ ਹੈ। ਹੋਰ ਕੀ ਲਿਖਿਆ, ਚੈਲੰਜਰ, ਉਹਨਾਂ ਨੂੰ ਚੈਲੰਜਰ ਬਣਾਉਂਦੀ ਹੈ ਰੀਡਿੰਗ, ਠੀਕ ਹੈ। ਅਤੇ ਮੈਂਟਲ ਐਬਿਲਿਟੀ ਹੈ ਜਿਹੜੀ ਉਹ ਹਾਈ ਕਰਦੀ ਹੈ। ਇਸੇ ਤਰ੍ਹਾਂ ਆਪਣੇ ਦੋਹੇ BP ਨੇ ਜਿਹੜੇ ਉਹ ਕਵਰ ਹੋ ਚੁੱਕੇ ਨੇ ਵਿਦ ਆਪਣੀ ਬ੍ਰੇਨਸਟੋਰਮਿੰਗ ਦੇ ਨਾਲ, ਠੀਕ ਹੈ। ਤੁਸੀਂ ਆਪ ਦੇਖ ਸਕਦੇ ਹੋ ਜੋ ਮੈਂ ਇੱਥੇ ਬ੍ਰੇਨਸਟੋਰਮਿੰਗ ਦੇ ਵਿੱਚ ਲਿਖਿਆ ਸੀ, ਜੋ ਮੈਂ ਆਈਡੀਆਸ ਆਪਣੇ ਜਨਰੇਟ ਕੀਤੇ ਸੀ, ਉਹੀ ਆਈਡੀਆਸ ਨੂੰ ਚੱਕ ਕੇ ਮੈਂ ਇੱਧਰ ਲਿਖਿਆ। ਤੁਸੀਂ 2 ਮਿੰਟ ਬੈਕਗਰਾਊਂਡ ਸਟੇਟਮੈਂਟ ਨੂੰ ਪੜ੍ਹਨ ਦੇ ਲਈ ਲਗਾਓ, ਠੀਕ ਹੈ। 5 ਤੋਂ 7 ਮਿੰਟ ਆਪਣੀ ਬ੍ਰੇਨਸਟੋਰਮਿੰਗ ਕਰੋ ਆਰਾਮ ਨਾਲ, ਠੀਕ ਹੈ। 5 ਤੋਂ 7 ਮਿੰਟ, ਸਪੋਜ਼ ਕਰੋ 10 ਮਿੰਟ ਵੀ ਤੁਸੀਂ ਲਗਾਉਂਦੇ ਹੋ ਸਾਰਾ ਕੁਛ ਇਹ ਕਰਨ ਦੇ ਵਿੱਚ, ਵਿਦਿਨ 20 ਮਿੰਟਸ ਤੁਸੀਂ ਈਜ਼ੀਲੀ ਰਾਈਟ ਕਰ ਸਕਦੇ ਹੋ ਐਸੇ। ਜੇ ਤੁਹਾਡੇ ਕੋਲ ਇਹੋ ਜਿਹੀ ਪਲੈਨਿੰਗ ਹੈਗੀ ਆ 20 ਮਿੰਟ ਦੇ ਵਿੱਚ ਤੁਸੀਂ ਆਰਾਮ ਨਾਲ ਆਪਣਾ ਐਸੇ ਲਿਖ ਸਕਦੇ ਹੋ। 20 ਨਹੀਂ 25 ਮਿੰਟ 'ਚ ਲਿਖ ਦੋਗੇ, ਫਿਰ ਵੀ 5 ਮਿੰਟ ਪਿੱਛੇ ਬਚਦੇ ਨੇ ਦੁਬਾਰਾ ਰੀਡ ਕਰਨ ਲਈ। ਉਸ ਤੋਂ ਬਾਅਦ ਆਪਾਂ ਕਨਕਲੂਜਨ 'ਤੇ ਆਉਂਦੇ ਹਾਂ। ਕਨਕਲੂਜਨ ਕੀ ਹੁੰਦਾ, ਇੱਕ ਨਿਚੋੜ ਹੁੰਦਾ। BP1 ਅਤੇ BP2 ਦੇ ਵਿੱਚ ਜੋ ਆਪਾਂ ਨੇ ਲਿਖਿਆ ਹੁੰਦਾ ਉਹਨੂੰ ਇੱਕ ਛੋਟਾ ਜਿਹਾ ਕਰਕੇ ਆਪਾਂ ਨੇ ਕਨਕਲੂਜਨ ਦੇ ਵਿੱਚ ਮੈਂਸ਼ਨ ਕਰਤਾ ਹੁੰਦਾ। ਕਨਕਲੂਜਨ ਇੱਕ ਤਰ੍ਹਾਂ ਦੀ ਲਿਸਟ ਆਫ ਹੈਡਿੰਗ ਹੁੰਦੇ, ਜਿਵੇਂ ਲਿਸਟ ਆਫ ਹੈਡਿੰਗ ਦੇ ਵਿੱਚ ਇੱਕ ਹੈਡਿੰਗ ਦਿੱਤਾ ਹੁੰਦਾ, ਉਹਨੂੰ ਆਪਾਂ ਪੈਰਾਗ੍ਰਾਫ ਦੇ ਨਾਲ ਰਿਲੇਟ ਕਰਨਾ ਹੁੰਦਾ, ਕਿਹੜੇ ਪੈਰਾਗ੍ਰਾਫ ਨਾਲ ਇਹ ਰਿਲੇਟ ਕਰਦਾ, ਉਵੇਂ ਹੀ ਇੱਥੇ ਹੁੰਦਾ। ਇੱਕ ਆਪਾਂ ਨੇ ਪੁਆਇੰਟ ਦੇਣਾ ਹੁੰਦਾ ਜਿਹੜਾ ਕਿ ਪਿਛਲੇ ਪੈਰਾਗ੍ਰਾਫ ਦੇ ਨਾਲ ਰਿਲੇਟ ਕਰਨਾ ਹੁੰਦਾ। ਟੂ ਕਨਕਲੂਡ, BP1 ਦੇ ਵਿੱਚ ਕੀ ਲਿਖਿਆ ਸੀ ਆਪਾਂ ਨੇ, ਸਟ੍ਰੈਸ ਪੈਂਦਾ, ਇਸ ਦੇ ਵਿੱਚ ਐਡਿਕਟਿਵਨੈਸ ਹੁੰਦੀ ਹੈ, ਠੀਕ ਹੈ। ਟੂ ਕਨਕਲੂਡ, ਪਲੇਇੰਗ ਕੰਪਿਊਟਰ ਗੇਮਸ ਐਂਡ ਵਾਚਿੰਗ TV may cause ਵਿਜ਼ੂਅਲ ਪ੍ਰੋਬਲਮਸ ਫॉर ਚਿਲਡਰਨ। ਉਹ ਵਿਜ਼ੂਅਲ ਪ੍ਰੋਬਲਮ ਪਾਉਂਦੀ ਹੈ ਚਿਲਡਰਨਸ ਦੇ ਉੱਤੇ। ਅਤੇ ਮੈਂ ਕਿਹਦੇ ਫੇਵਰ 'ਚ ਸੀਗਾ ਕਿ ਸਕਰੀਨ ਟਾਈਮ ਘਟਾਉਣਾ ਚਾਹੀਦਾ ਪੇਰੈਂਟਸ ਨੂੰ, ਅਤੇ ਉਹਨਾਂ ਨੂੰ ਐਨਕਰੇਜ ਕਰਨਾ ਚਾਹੀਦਾ ਰੀਡਿੰਗ ਬੁੱਕਸ ਦੇ ਵਿੱਚ, ਠੀਕ ਹੈ। ਉਹ ਇਨ ਮਾਈ ਓਪੀਨੀਅਨ ਮੈਂ ਕਨਕਲੂਜਨ ਦੇ ਵਿੱਚ ਦੇ ਰਿਹਾ। ਇਨ ਮਾਈ ਓਪੀਨੀਅਨ, ਲੁਕਿੰਗ ਐਟ ਦ ਬੈਨੀਫਿਟਸ ਆਫ ਰੀਡਿੰਗ ਬੁੱਕਸ, ਜੇ ਮੈਂ ਬੈਨੀਫਿਟ ਦੇਖਾਂ ਰੀਡਿੰਗ ਬੁੱਕਸ ਦੇ ਬੈਨੀਫਿਟ ਦੇਖਾਂ, ਪੇਰੈਂਟਸ ਸ਼ੁੱਡ ਰਿਡਿਊਸ ਦੀ ਸਕਰੀਨ ਟਾਈਮਿੰਗ ਆਫ ਚਾਈਲਡ ਐਂਡ ਇੰਡਲਜ ਦੈਮ ਇਨਟੂ ਰੀਡਿੰਗ ਇਨਵਾਇਰਮੈਂਟ। ਮੈਂ ਦੇਖ ਰਿਹਾ ਕਿ ਰੀਡਿੰਗ ਦੇ ਫਾਇਦੇ ਹੀ ਬਹੁਤ ਨੇ, ਇਸ ਚੀਜ਼ ਦੇ ਤਾਂ ਨੁਕਸਾਨ ਨੇ ਨਾ, ਰੀਡਿੰਗ ਦੇ ਮੈਂ ਦੇਖ ਰਿਹਾ ਫਾਇਦੇ ਜ਼ਿਆਦਾ ਨੇ, ਠੀਕ ਹੈ। ਕਿ ਉਸ ਕਰਕੇ ਮੈਂ ਇਹ ਸੋਚਣਾ ਕਿ ਪੇਰੈਂਟਸ ਨੂੰ ਜਿਹੜਾ ਸਕਰੀਨ ਟਾਈਮ ਹੈ ਉਹ ਘਟਾ ਦੇਣਾ ਚਾਹੀਦਾ ਆਪਣੇ ਬੱਚਿਆਂ ਦਾ, ਅਤੇ ਉਹਨਾਂ ਨੂੰ ਰੀਡਿੰਗ ਇਨਵਾਇਰਮੈਂਟ ਦੇ ਵਿੱਚ ਇੰਡਲਜ ਕਰ ਦੇਣਾ। ਇੰਡਲਜ ਮਤਲਬ ਕਿ ਉਸ ਇਨਵਾਇਰਮੈਂਟ ਦੇ ਵਿੱਚ ਪਾ ਦੇਣਾ ਚਾਹੀਦਾ। ਤਾਂ ਤੁਸੀਂ ਆਪ ਦੇਖ ਸਕਦੇ ਹੋ ਕਿੰਨੇ ਸੌਖੇ ਤਰੀਕੇ ਦੇ ਨਾਲ ਬ੍ਰੇਨਸਟੋਰਮਿੰਗ ਕਰਕੇ ਆਪਾਂ ਇੱਕ ਵਧੀਆ CC ਜਨਰੇਟ ਕਰਕੇ ਆਪਾਂ ਐਸੇ ਨੂੰ ਰਾਈਟ ਕੀਤਾ, ਠੀਕ ਹੈ। ਤੁਸੀਂ ਆਪ ਇੱਕ ਵਾਰ ਐਸੇ ਦਾ ਸਕਰੀਨਸ਼ਾਟ ਲੈ ਕੇ ਦੇਖ ਸਕਦੇ ਹੋ, ਜਾਂ ਮੈਂ ਪੌਜ਼ ਵੀਡੀਓ ਨੂੰ ਪੌਜ਼ ਕਰਕੇ ਦੇਖ ਸਕਦੇ ਹੋ ਕਿ ਕੋਹਰੈਂਸ ਐਂਡ ਕੋਹੀਜ਼ਨ ਕਿੰਨੇ ਵਧੀਆ ਤਰੀਕੇ ਦੇ ਨਾਲ ਵਰਕ ਕੀਤੀ ਹੈ ਇਹਦੇ ਵਿੱਚ, ਠੀਕ ਹੈ। ਕੋਈ ਜੋ ਕੁਐਸਚਨ ਦੇ ਵਿੱਚ ਪੁੱਛਿਆ ਉਹੀ ਚੀਜ਼ ਦਾ ਆਪਾਂ ਆਨਸਰ ਕੀਤਾ, ਕੋਈ ਫਾਲਤੂ ਪੁਆਇੰਟ ਨਹੀਂ ਲਿਖਿਆ। ਜੋ ਕੁਐਸਚਨ ਦੇ ਵਿੱਚ ਪੁੱਛਿਆ ਡਾਇਰੈਕਟ ਉਹੀ ਆਪਾਂ ਨੇ ਆਨਸਰ ਕੀਤਾ।
ਹਜੇ ਇਹਦੇ ਵਿੱਚ ਲੈਕਸੀਕਲ ਰਿਸੋਰਸਿਸ ਹੈ ਨਹੀਂ ਗੇ, ਇੱਕ ਹੀ ਆ ਲੈਕਸੀਕਲ ਰਿਸੋਰਸਿਸ ਵਿਜ਼ੂਅਲ ਇੰਪੇਅਰਮੈਂਟਸ, ਕੋਈ ਲੈਕਸੀਕਲ ਰਿਸੋਰਸ ਨਹੀਂ ਯੂਜ਼ ਕੀਤਾ, ਠੀਕ ਹੈ, ਬਸ ਥੋੜ੍ਹੀ ਜਿਹੀ ਪੈਰਾਫਰੇਸਿੰਗ ਕੀਤੀ ਆ ਵਰਡਸ ਦੀ। ਫਿਰ ਵੀ ਇਹ 6.5 ਦਾ ਐਸੇ ਹੈਗਾ, 7 ਦਾ ਵੀ ਹੋ ਸਕਦਾ, ਇੱਕ ਦੋ ਜੇ ਆਪਾਂ ਇਹਦੇ ਵਿੱਚ ਸੈਂਟੈਂਸ ਫਾਰਮੇਸ਼ਨ ਪਾ ਦਈਏ, ਕੰਪਲੈਕਸ ਜਿਹਾ ਬਣਾ ਦਈਏ, ਇਹ 7 ਬੈਂਡ ਐਸੇ ਹੈ। ਤੁਸੀਂ ਆਪ ਦੇਖ ਲਓ ਕਿਵੇਂ ਸਿੰਪਲ ਵਰਡਸ ਨੂੰ ਯੂਜ਼ ਕਰਕੇ ਆਪਾਂ ਨੇ ਐਸੇ ਨੂੰ ਰਾਈਟ ਕੀਤਾ। ਜੇ ਅਗਰ ਤੁਸੀਂ ਵੀ ਇਸ ਤਰ੍ਹਾਂ ਪਲੈਨਿੰਗ ਕਰੋਗੇ, ਬ੍ਰੇਨਸਟੋਰਮਿੰਗ ਕਰਕੇ ਆਪਣੇ ਪੁਆਇੰਟਸ ਲਿਖੋਗੇ, ਮੇਰੇ ਖਿਆਲ ਨਾਲ ਰਾਈਟਿੰਗ ਜ਼ਿਆਦਾ ਔਖੀ ਨਹੀਂ ਹੈਗੀ ਕਿਸੇ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਟੌਪਿਕ ਆ ਜਾਵੇ, ਜੇ ਤੁਹਾਨੂੰ ਬ੍ਰੇਨਸਟੋਰਮਿੰਗ ਕਰਨੀ ਆਉਂਦੀ ਹੈ, ਪੁਆਇੰਟਸ ਵਧੀਆ ਬਣਾਉਣੇ ਆਉਂਦੇ ਨੇ, ਸਪੋਰਟਿੰਗ ਡਿਟੇਲ ਦੇਣੀ ਆਉਂਦੀ ਹੈ, ਕੋਹਰੈਂਸ ਐਂਡ ਕੋਹੀਜ਼ਨ ਕ੍ਰੀਏਟ ਕਰਨੀ ਆਉਂਦੀ ਹੈ, ਆਪਣੇ ਆਪ ਰੀਡਿੰਗ ਦੇ ਵਿੱਚ 6.5 ਅਬਵ ਬੈਂਡ ਆਉਣ ਲੱਗ ਜਾਂਦੇ ਨੇ, ਕਿਉਂਕਿ ਰਾਈਟਿੰਗ ਇਜ਼ ਦਾ ਮੋਸਟ ਡਿਫਿਕਲਟ ਮੋਡਿਊਲ ਕੰਸੀਡਰ, ਠੀਕ ਹੈ, ਕੰਸੀਡਰ ਕੀਤਾ ਜਾਂਦਾ ਕਿ ਡਿਫਿਕਲਟ ਬਹੁਤ ਹੈ ਮੋਡਿਊਲ, ਠੀਕ ਹੈ, ਜਿਹਦੇ ਵਿੱਚੋਂ 7 ਬੈਂਡ ਲੈਣਾ ਵੀ ਇੱਕ ਚੈਲੰਜਿੰਗ ਪਾਰਟ ਹੁੰਦਾ, ਠੀਕ ਹੈ। ਸੋ ਆ ਸੀਗੀ ਅੱਜ ਦੀ ਆਪਣੀ ਰਾਈਟਿੰਗ ਟਾਸਕ 2 ਦੀ ਵੀਡੀਓ। ਹੋਪ ਤੁਹਾਨੂੰ ਮੇਰੀ ਇਹ ਆਈਡੀਆਜ਼ ਦੀ ਜਨਰੇਸ਼ਨ ਜਿਹੜੀ ਹੈ, ਮੇਰਾ ਪੜ੍ਹਾਉਣ ਦਾ ਤਰੀਕਾ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਦੱਸਿਓ, ਠੀਕ ਹੈ, ਅਤੇ ਉਹਦੇ ਨਾਲ ਇਹ ਹੈ ਕਿ ਮੋਟੀਵੇਸ਼ਨ ਮਿਲ ਜਾਂਦੀ ਹੈ ਹੋਰ ਵੀਡੀਓ ਬਣਾਉਣ ਦੀ, ਵੀ ਹਾਂ ਵੀ ਪਸੰਦ ਆ ਰਹੀਆਂ ਨੇ ਵੀਡੀਓ, ਮਤਲਬ ਕਿ ਪੜ੍ਹਾਉਣ ਦਾ ਤਰੀਕਾ ਜੇ ਕਿਸੇ ਨੂੰ ਅੱਛਾ ਲੱਗ ਰਿਹਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ। ਹੋਰ ਆਪਾਂ ਵੀਡੀਓਜ਼ ਲੈ ਕੇ ਆਵਾਂਗੇ ਇਸੇ ਤਰੀਕੇ ਨਾਲ, ਸੌਖੇ ਤਰੀਕੇ ਨਾਲ, ਜਿਵੇਂ ਰੀਡਿੰਗ ਮੋਡਿਊਲ ਦੇ ਵਿੱਚ ਆਪਾਂ ਇਕੱਲਾ ਟੌਪਿਕ ਜਿਵੇਂ ਟਰੂ ਫਾਲਸ ਕਿਸ ਦਿਨ ਕਵਰ ਕਰਤੇ, ਕਿਸ ਦਿਨ ਮੈਚ ਦੀ ਹੈਡਿੰਗ ਕਵਰ ਕਰਤੇ, MCQ ਕਵਰ ਕਰਤੇ, ਲਿਸਟ ਆਫ ਹੈਡਿੰਗ ਕਵਰ ਕਰਤੇ, ਸਮਰੀ ਕੰਪਲੀਸ਼ਨ ਕਵਰ ਕਰਤੇ। ਰੀਡਿੰਗ ਦੀ ਵੀ ਇਹੋ ਜਿਹੀ ਟ੍ਰਿਕਸ ਦੱਸੂਗਾ, ਟ੍ਰਿਕਸ ਇਸ ਹਿਸਾਬ ਦੀਆਂ ਹੋਣਗੀਆਂ ਜਿਹੜੀਆਂ ਜੈਨੂਅਨ ਨੇ, ਜਿਹੜੀਆਂ ਆਇਲਸ ਦੇ ਵਿੱਚ ਯੂਜ਼ ਹੁੰਦੀਆਂ ਨੇ। ਉਹ ਨਹੀਂ ਦੱਸੂਗਾ ਵੀ ਤੁੱਕਾ ਕਿਵੇਂ ਮਾਰਨਾ, ਆਹ ਯੈਸ ਕਿਵੇਂ ਲਾਉਣਾ, ਟਰੂ ਕਿਵੇਂ ਲਾਉਣਾ, ਏ ਕਿਵੇਂ ਸਿਲੈਕਟ ਕਰਨਾ, ਬੀ ਕਿਵੇਂ, ਇਹ ਨਹੀਂ ਮੈਂ ਦੱਸੂਗਾ। ਜੈਨੂਅਨ ਟ੍ਰਿਕ ਜਿਹੜੀ ਕਿ ਆਇਲਸ ਦੀਆਂ ਹੈਗੀਆਂ ਨੇ, ਆਇਲਸ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਕਵਰ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ। ਸੋ ਹੋਰ ਵੀਡੀਓਜ਼ ਦੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਡਿਸਕ੍ਰਿਪਸ਼ਨ ਦੇ ਵਿੱਚ ਇੰਸਟਾਗ੍ਰਾਮ ਦਾ ਲਿੰਕ ਹੋਊਗਾ, ਉੱਥੇ ਜਾ ਕੇ ਤੁਸੀਂ ਫੋਲੋ ਕਰ ਸਕਦੇ ਹੋ। ਜੇ ਤੁਹਾਡੀ ਕੋਈ ਵੀ ਕੁਐਰੀ ਹੈਗੀ ਹੈ ਤਾਂ ਮੈਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰਾਮ 'ਤੇ DM 'ਤੇ, ਉਸ 'ਤੇ ਮੈਂ ਪੱਕਾ ਤੁਹਾਡਾ ਰਿਪਲਾਈ ਕਰਨ ਦੀ ਕੋਸ਼ਿਸ਼ ਕਰੂੰਗਾ। ਅਤੇ ਉਹਦੇ ਵਿੱਚ ਜਿਹੜੀ ਵੀ ਕੁਐਰੀ ਹੋਊਗੀ, ਜਿਹੜੀ ਵੀ ਡਿਫੀਕਲਟੀਜ਼ ਜਿਹੜੇ ਵੀ ਮੋਡਿਊਲ ਦੇ ਵਿੱਚ ਹੋਊਗੀ, ਤੁਸੀਂ ਮੈਨੂੰ ਉੱਥੇ ਮੈਸੇਜ ਕਰ ਸਕਦੇ ਹੋ ਜਾਂ ਕਮੈਂਟ ਸੈਕਸ਼ਨ ਦੇ ਵਿੱਚ ਮੈਸੇਜ ਕਰਕੇ ਦੱਸ ਸਕਦੇ ਹੋ। ਆਪਾਂ ਉਹ ਚੀਜ਼ ਕਵਰ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਸੋ ਅੱਜ ਦੀ ਵੀਡੀਓ ਇੱਥੇ ਤੱਕ ਹੀ ਰੱਖਦੇ ਹਾਂ। ਸੋ ਥੈਂਕ ਯੂ ਫॉर ਵਾਚਿੰਗ।